ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਸਿੱਖ ਚੈਨਲ ਦੀ ਸਮੁੱਚੀ ਟੀਮ ਪਹੁੰਚੀ ਹੈ ਇਸ ਵਕਤ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਵਿੱਚ, ਤੇ ਅਸੀਂ ਤੁਹਾਨੂੰ ਇੱਥੇ ਦਾ ਜਿਹੜਾ ਯੂਅਰ ਟਾਊਨ, ਯੂਅਰ ਗੁਰਦੁਆਰਾ, ਹੋਰ ਇੱਥੇ ਦੀਆਂ ਜਿਹੜੀਆਂ ਗਤੀਵਿਧੀਆਂ ਉਹ ਦਿਖਾਉਣ ਜਾ ਰਹੇ ਹਾਂ। ਅਤੇ ਆਪ ਨੂੰ ਇਹ ਬੜੀ ਜਾਣ ਕੇ ਖੁਸ਼ੀ ਹੋਗੀ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਕਿਉਂਕਿ ਵਿਦਿਆ ਬਹੁਤ ਇੱਕ ਵੱਡਾ ਧਨ ਆ, ਔਰ ਵਿਦਿਆ ਤੋਂ ਬਿਨਾਂ ਸਾਨੂੰ ਜਿਹੜੀ ਆ ਨੌਲੇਜ ਨਹੀਂ ਪ੍ਰਾਪਤ ਕਰ ਸਕਦੇ। ਅਤੇ ਇੱਥੇ ਦੀ ਜਿਹੜੇ ਪ੍ਰਬੰਧਕ ਕਹਿ ਲਈਏ, ਜਾਂ ਇੱਥੇ ਦੇ ਜ਼ਿੰਮੇਵਾਰ, ਜਾਂ ਇੱਥੇ ਦੇ ਸਿੱਖੀ ਦਰਦ ਵਾਲੇ, ਸਿੱਖੀ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਜਿਹੜੀਆਂ, ਉਹਨਾਂ ਦੀ ਬੜੇ ਚਿਰ ਦੀ ਤਮੰਨਾ ਸੀ ਕਿ ਕੋਈ ਇੱਥੇ ਸਿੱਖਾਂ ਦਾ ਕੋਈ ਸਕੂਲ ਹੋਵੇ ਜਿਹਦੇ ਵਿੱਚ ਕਿ ਦੁਨਿਆਵੀ ਵਿਦਿਆ ਦੇ ਨਾਲ ਨਾਲ ਜਿਹੜੀ ਆ ਉਹ ਗੁਰਮਤਿ ਦੀ ਵਿਦਿਆ ਵੀ ਜਿਹੜੀ ਆ ਉਹ ਦਿੱਤੀ ਜਾਵੇ। ਸੋ ਇਹਨਾਂ ਦੀ ਇਹ ਤਮੰਨਾ ਜਿਹੜੀ ਹੈ ਪੂਰੀ ਹੋਈ, ਅਤੇ ਇਹਨਾਂ ਨੇ ਇੱਥੇ ਇੱਕ ਸਕੂਲ ਜਿਹੜਾ ਵਾ, ਸਿੱਖ ਗ੍ਰਾਮਰ ਸਕੂਲ ਜਿਹੜਾ ਵਾ, ਉਹਦੇ ਨਾਂ 'ਤੇ ਸ਼ੁਰੂ ਕੀਤਾ। ਅਰਦਾਸ ਕਰਦੇ ਹਾਂ ਗੁਰੂ ਨਾਨਕ ਕਿਰਪਾ ਕਰੇ, ਇਹ ਉੱਚੀਆਂ ਬੁਲੰਦੀਆਂ ਨੂੰ ਛੂਹਣ, ਅਤੇ ਇੱਥੇ ਦੇ ਬੱਚੇ ਪੜ੍ਹ ਕੇ ਵਰਲਡ ਦੇ ਵਿੱਚ ਜਿਹੜਾ ਵਾ ਉਹ ਆਪਣਾ ਨਾਮ ਕਮਾਉਣ, ਅਤੇ ਜਿਹੜੇ ਇਹ ਨਿਸ਼ਕਾਮ ਸੇਵਾ ਕਰ ਰਿਹਾ ਇਹਨਾਂ ਦਾ ਵੀ ਹੌਸਲਾ ਵਧੇ। ਅਤੇ ਆਪਾਂ ਗੱਲ ਕਰਦੇ ਹਾਂ ਇੱਥੇ ਦੇ ਜਿਹੜੇ ਮੇਰੇ ਸੱਜੇ ਬੰਨੇ ਨੌਜਵਾਨ ਜਿਹੜੇ ਆ ਉਹ ਬੈਠੇ ਆ, ਕਵਰਜੀਤ ਸਿੰਘ ਜੀ, ਅਤੇ ਮੇਰੇ ਖੱਬੇ ਬੰਨੇ ਬੀਬਾ ਜੀ ਬੈਠੇ ਆ, ਅਮਨਦੀਪ ਕੌਰ ਜੀ। ਭਾਈ ਸਾਹਿਬ ਕਵਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਵਰਜੀਤ ਸਿੰਘ ਜੀ, ਜਿਸ ਤਰ੍ਹਾਂ ਕਿ ਇਹ ਇੱਕ ਬੜਾ ਵੱਡਾ ਉਪਰਾਲਾ ਵਾ ਸਿੱਖ ਗ੍ਰਾਮਰ ਸਕੂਲ ਦਾ, ਤੁਸੀਂ ਬੜੀ ਮਿਹਨਤ ਦੇ ਨਾਲ ਇਹ ਕਰ ਰਹੇ ਜੇ, ਇਹਦੇ ਬਾਰੇ ਸੰਗਤਾਂ ਜਾਣਨੀਆਂ ਚਾਹੁਣਗੀਆਂ ਕਿ ਇਹ ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਆ, ਅਤੇ ਕਿੰਨੀ ਜਗ੍ਹਾ ਵਾ ਇਹਦੇ ਵਿੱਚ, ਅਤੇ ਕਿੱਥੋਂ ਤਾਈਂ ਕੰਮ ਪਹੁੰਚ ਗਿਆ ਵਾ, ਅਤੇ ਹੋਰ ਗਾਂ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ? ਹਾਂਜੀ, ਪਹਿਲੇ ਤਾਂ ਆਈਲ ਜਸਟ ਸਟਾਰਟ ਵਿਦ, ਮੈਂ ਆਪਣੀ ਗੱਲਬਾਤ ਬਹੁਤ ਇੰਗਲਿਸ਼ ਐਂਡ ਪੰਜਾਬੀ ਦੇ ਵਿੱਚ ਕਰਾਂਗਾ ਥੋੜ੍ਹੀ ਜਿਹੀ, ਤਾਂ ਕਿ ਸਰੋਤਿਆਂ ਨੂੰ ਥੋੜ੍ਹਾ ਈਜ਼ ਹੋ ਸਕੇ। ਬਿਕੋਜ਼ ਇਹ ਅਸੀਂ ਟਾਰਗੇਟ ਕਰ ਰਹੇ ਹਾਂ ਆਪਣੀ ਯੰਗਰ ਜਨਰੇਸ਼ਨ ਨੂੰ। ਦਿਸ ਸਕੂਲ ਵਾਜ਼ started as a plan in about 9 or 10 years ago, when the senior here or pioneer members who started this actually thought there was a specific need to invest into our future generations. So us plan nu, like, we thought about it, how we are going to go ahead, and aaj tusi dekh rahe ho jithe assi aaj baithe han, this is 10 acres of land where we wanting this dream to become a reality. ਉਹਦੇ ਵਿੱਚ ਤੁਸੀਂ, ਇਟਸ ਨੋਟ ਅ ਸਮੋਲ ਥਿੰਗ ਬਾਈ ਐਨੀ ਮੀਨਸ, ਐਜ਼ ਯੂ ਕੈਨ ਇਮੈਜਿਨ, ਇਹ ਕੋਈ ਛੋਟਾ ਪ੍ਰੋਜੈਕਟ ਨਹੀਂ ਹੈ। ਇਹਦੇ ਵਿੱਚ ਬਹੁਤ ਜ਼ਿਆਦਾ ਸੰਗਤ ਦੇ ਸਹਿਯੋਗ ਦੀ ਜ਼ਰੂਰਤ ਹੈ। ਦ ਕਮਿਊਨਿਟੀ ਇੰਗੇਜਮੈਂਟ ਜਾਂ ਕਮਿਊਨਿਟੀ ਦੀ ਜਿਹੜੀ ਸਪੋਰਟ ਹੈ, ਦੈਟ ਸਿਟਸ ਹਾਰਟ ਆਫ ਦਿਸ ਪ੍ਰੋਜੈਕਟ, ਐਂਡ ਵੀ ਟਰਾਈਂਗ ਆਰ ਬੈਸਟ ਕਿ ਅਸੀਂ ਇੱਥੇ ਉਹ ਚੀਜ਼ ਬਣਾ ਸਕੀਏ ਜਿਹੜੀ ਕਿ ਸਾਊਥ ਪੂਰੇ ਸਦਰਨ ਹੈਮਿਸਫੇਅਰ ਵਿੱਚ ਕਿਧਰੇ ਨਹੀਂ ਹੈਗੀ। ਸੋ ਹਾਊ ਵੀ ਗੋਇੰਗ ਟੂ ਅਚੀਵ ਦੈਟ ਇਜ਼ ਬੇਸਿਕਲੀ ਵੀ ਗੋਇੰਗ ਟੂ ਹੈਵ ਦ ਬੈਸਟ ਸਟੇਟ ਆਫ ਆਰਟ ਟੈਕਨੋਲੋਜੀ ਇਨ ਆਰ ਸਕੂਲ। ਇਹ 21st ਸੈਂਚੁਰੀ ਦਾ ਸਕੂਲ ਹੋਏਗਾ ਜਿਹਦੇ ਵਿੱਚ ਹਰ ਤਰ੍ਹਾਂ ਦੀਆਂ ਫੈਸਿਲਿਟੀਜ਼ ਹੋਣਗੀਆਂ। ਐਂਡ ਇਹ ਐਕਚੁਅਲੀ ਸਕੂਲ ਦੇਖਿਆ ਜਾਏ ਤਾਂ ਆਈ ਥਿੰਕ ਆਮ ਗੋਇੰ ਟੂ ਜਸਟ ਬਰੀਫਲੀ ਟੱਚ ਔਨ ਕਿ ਕੌਜ਼ ਕੀ ਸੀਗਾ, ਸਕੂਲ ਦੀ ਜ਼ਰੂਰਤ ਕੀ ਸੀਗੀ। ਆਈ ਥਿੰਕ ਦੈਟਸ ਦ ਮੇਨ, ਮਤਲਬ ਸਕੂਲ ਤਾਂ ਇੱਥੇ ਹੋਰ ਵੀ ਬੜੇ ਨੇ, ਪਬਲਿਕ ਸਕੂਲਸ ਨੇ, ਬਹੁਤ ਅੱਛੇ ਸਿਲੈਕਟਿਵ ਸਕੂਲਸ ਨੇ, ਪ੍ਰਾਈਵੇਟ ਸਕੂਲਸ ਨੇ। ਵਾਈ ਵਾਜ਼ ਦੇਅਰ ਅ ਨੀਡ ਆਫ ਅ ਸਿੱਖ ਸਕੂਲ? ਆਈ ਮੀਨ ਦੈਟ ਵਾਜ਼ ਦ ਮੇਨ ਕੰਸਰਨ, ਜਿਹੜਾ ਕਿ ਅੱਜ ਕੁਐਸਚਨ ਅੱਜ ਵੀ ਸਾਨੂੰ, ਵੀ ਆਰ ਪ੍ਰੋਬਬਲੀ ਅਬਾਊਟ 5 or 10% into a project ਜਿਹੜਾ ਕਿ ਅਜੇ ਪੇਪਰ ਦੇ ਉੱਤੇ ਹੀ ਹੈ। ਆਈ ਮੀਨ ਅਪਾਰਟ ਫਰੋਮ ਹੈਵਿੰਗ ਦਿਸ 10 acres of land, ਇਹਦਾ ਕੌਜ਼ ਇਹ ਸੀਗਾ ਕਿ ਅਸੀਂ ਕੁਛ ਅਜਿਹਾ ਕਰਨਾ ਚਾਹੁੰਦੇ ਸੀਗੇ ਕਿ ਕੁਛ ਇਹੋ ਜਿਹਾ ਜਿਹੜਾ ਇਨਟੈਂਜੀਬਲ ਹੋਵੇ, ਜਿਹਦੀ ਫਿਊਚਰ ਬੈਨੀਫਿਟ ਫॉर years and years to come ਹੋਵੇ। ਅਤੇ ਇਹ ਸਕੂਲ, ਤੁਸੀਂ ਐਜ਼ ਯੂ ਨੋ ਕਿ ਇਹ ਇੱਕ ਇਨਟੈਂਜੀਬਲ ਬੈਨੀਫਿਟ ਸਾਨੂੰ ਇਹਨੇ ਸਾਰੀ ਉਮਰ ਵਾਸਤੇ, ਜਨਰੇਸ਼ਨਸ ਵਾਸਤੇ ਦੇਣਾ। ਐਜੂਕੇਸ਼ਨ ਇੱਕ ਇਹੋ ਜਿਹਾ ਮੀਡੀਅਮ ਹੈ ਜਿਹਦੇ ਨਾਲ ਅਸੀਂ ਆਪਣੀ ਪਹਿਚਾਣ ਸਾਰੀ ਦੁਨੀਆ ਦੇ ਵਿੱਚ ਬਣਾ ਸਕਦੇ ਹਾਂ। ਅੱਜ ਤੁਸੀਂ ਜਿਹੜੇ ਟੌਪ ਦੇ ਸਿੱਖਸ ਦੇਖਦੇ ਹੋ, ਜਾਂ ਸਿੱਖਾਂ ਦੀ ਜਿਹੜੀ ਪ੍ਰੋਫੈਸਰ ਡਾਕਟਰ ਮਨਮੋਹਨ ਸਿੰਘ ਦੇਖ ਲਓ, ਸੱਜਣ ਜੀ ਜਿਹੜੇ ਹੋਏ ਨੇ, ਜਾਂ ਮਿਸਟਰ ਬਾਂਗਾ CEO ਆਫ ਮਾਸਟਰਕਾਰਡ, ਆਲ ਦੀਜ਼ ਇਮੀਨੈਂਟ ਪਰਸਨੈਲਿਟੀਜ਼ ਜਿਹੜੀਆਂ ਨੇ, ਇਹ ਆਪਣੀ ਨੌਲੇਜ, ਆਪਣੀ ਇੰਟੈਲੀਜੈਂਸ ਅਤੇ ਆਪਣੇ ਉਸ ਜਿਹੜਾ ਇਨਟੈਂਜੀਬਲ ਬੈਨੀਫਿਟਸ ਦੇ ਥਰੂ ਹੀ ਉਹ ਅੱਗੇ ਦੁਨੀਆ ਦੇ ਉੱਤੇ ਆਏ ਨੇ। ਐਂਡ ਅਨਲਾਈਕ ਅਦਰ ਨੈਸ਼ਨੈਲਿਟੀਜ਼ ਜਿਹੜੀਆਂ ਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਕਾਫੀ ਦੇਰ ਤੋਂ ਹੈਗੀਆਂ ਨੇ, ਸਿੱਖਸ ਦਾ ਕੋਈ ਵੀ ਸਕੂਲ ਅੱਜ ਇੱਥੇ ਨਹੀਂ ਹੈਗਾ।
ਤੁਸੀਂ ਦੇਖੋ Jews ਨੇ like they're probably about the same population as we are in the world and especially in Australia the same it is. ਉਹਨਾਂ ਦੇ ਕਾਫੀ ਸਕੂਲਸ ਨੇ, ਮੁਸਲਿਮ ਸਕੂਲਸ ਬਹੁਤ ਨੇ, ਕ੍ਰਿਸਚਨ ਸਕੂਲਸ ਬਹੁਤ ਨੇ, ਬਟ UK ਦੇ ਵਿੱਚ ਕੈਨੇਡਾ ਦੇ ਵਿੱਚ US ਦੇ ਵਿੱਚ ਹਰ ਜਗ੍ਹਾ 'ਤੇ ਸਿੱਖ ਸਕੂਲਸ ਹੈਗੇ ਨੇ, ਬਟ ਆਸਟ੍ਰੇਲੀਆ ਮਤਲਬ ਅੱਜ ਤੁਸੀਂ ਇੱਥੇ ਜਿਹੜੇ ਲੇਟੈਸਟ ਸੈਂਸਸ ਆਏ ਨੇ ਉਹਦੇ 'ਚ ਅਬਾਊਟ 160,000 ਦੇਖਿਆ ਜਾਏ ਤਾਂ ਸਿੱਖ ਕਮਿਊਨਿਟੀ ਆਲਰੇਡੀ ਹੈਗੀ ਹੈ, ਅਤੇ ਉਹਦੇ ਵਿੱਚ ਜੇ ਇੱਕ ਵੀ ਸਕੂਲ ਅਜਿਹਾ ਨਹੀਂ ਹੈਗਾ ਜਿੱਥੇ ਅਸੀਂ ਆਪਣੀਆਂ ਵੈਲਿਊਜ਼ ਆਪਣੇ ਬੱਚਿਆਂ ਨੂੰ ਦੇ ਸਕੀਏ। ਅੱਜ ਸਿੱਖ ਜਿਹੜੇ ਨੇ, ਅੱਜ ਸਿੱਖ ਬੱਚੇ ਨੇ ਉਹ ਬੁਲਿੰਗ ਦਾ ਸ਼ਿਕਾਰ ਹੋ ਰਹੇ ਨੇ। ਤੁਸੀਂ ਦੇਖੋ ਹਰ ਜਗ੍ਹਾ ਸਕੂਲਸ ਦੇ ਵਿੱਚੋਂ ਬੱਚੇ ਐਸਪੈਸ਼ਲੀ ਵੀ ਕੈਰੀ ਆਰਸੈਲਵਸ ਇਨ ਅ ਵੇ ਕਿ ਇੱਕ ਅਸੀਂ ਅਲੱਗ ਦਿਖਦੇ ਹਾਂ, ਅਸੀਂ ਸਾਰਿਆਂ ਦੇ ਵਿੱਚੋਂ ਅਲੱਗ ਪਹਿਚਾਣੇ ਜਾਂਦੇ ਹਾਂ, ਅਤੇ ਇਹ ਇੱਕ ਤਰ੍ਹਾਂ ਦਾ ਇਹਦੀ ਪੋਜ਼ੀਟਿਵਿਟੀ ਵੀ ਹੈਗੀ ਆ, ਉਹਦੇ ਕੌਨਸ ਵੀ ਹੈਗੇ ਨੇ। ਅਤੇ ਕੌਨਸ ਇਹ ਨੇ ਕਿ ਵੀ ਬਿਕਮ ਵਿਕਟਿਮ ਆਫ ਬੁਲਿੰਗ। ਕਿਡਸ ਜਿਹੜੇ ਨੇ ਉਹ ਆਪਣਾ ਕੇਸਾਂ ਨੂੰ ਤਿਆਗ ਰਹੇ ਨੇ, ਕੇਸਾਂ ਤੋਂ ਦੂਰ ਜਾ ਰਹੇ ਨੇ, ਸਿੱਖੀ ਵੈਲਿਊਜ਼ ਤੋਂ ਦੂਰ ਜਾ ਰਹੇ ਨੇ, ਬਿਕੋਜ਼ ਦੇ ਵਾਂਟ ਟੂ ਬੀ ਪਾਰਟ ਆਫ ਦ ਕਰਾਊਡ। ਜਦ ਕਿ ਸਾਨੂੰ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਅਲੱਗ ਦਿਖਣ ਵਾਸਤੇ ਕਿਹਾ, ਪਰ ਉਹ ਜਿਹੜੀ ਚੀਜ਼ ਆ ਉਹ ਮੀਟ ਨਹੀਂ ਹੋ ਪਾ ਰਹੀ, ਬਿਕੋਜ਼ ਸਾਡੇ ਕੋਲ ਇੱਕ ਸਕੂਲ ਨਹੀਂ ਹੈਗਾ ਜਿੱਥੇ ਇੱਕ ਬੱਚਾ ਸਿਰਫ ਪੜ੍ਹਾਈ ਦੇ ਉੱਤੇ ਹੀ ਫੋਕਸ ਕਰ ਸਕੇ। ਹੀ ਡਜ਼ਨਟ ਕੇਅਰ ਅਬਾਊਟ ਵਾਟਸ ਹੈਪਨਿੰਗ ਅਰਾਊਂਡ ਇਟ। ਅੱਜ ਕੱਲ੍ਹ ਜੋ ਵੀ ਬੱਚੇ ਬੁਲਿੰਗ ਦੇ ਵਿੱਚੋਂ ਨਿਕਲੇ ਨੇ ਬਚਪਨ ਤੋਂ, ਉਹਨਾਂ ਦੇ ਲੌਂਗ ਟਰਮ ਇਫੈਕਟਸ ਅੱਜ ਸਾਹਮਣੇ ਆ ਰਹੇ ਨੇ। ਰਿਸਰਚ ਇਹ ਸ਼ੋ ਕਰ ਰਹੀ ਹੈ the people who have actually been bullied in the past as in a child, they're not able to grow to their full potential ever in the future. So ਉਸ ਚੀਜ਼ ਨੂੰ ਅਸੀਂ ਕਰਨ ਵਾਸਤੇ ਇੱਕ ਸਕੂਲ ਦਾ ਸੋਚਿਆ, and we want to make this one of the best schools around here, ਜਿਹੜੇ ਕਿ ਇਨਫੈਕਟ ਜਿਹੜੇ ਸਿਲੈਕਟਿਵ ਸਕੂਲ ਜਿਹੜਾ ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਇੱਕ ਵਰਡ ਸਿਲੈਕਟਿਵ ਸਕੂਲ ਯੂਜ਼ ਹੁੰਦਾ ਹੈ, ਵਿਚ ਮੀਨਸ ਐਨ ਐਲੀਟ ਸਕੂਲ। ਤੁਸੀਂ ਸਕੂਲ ਦਾ ਨਾਮ ਵੀ ਸਾਡਾ ਦੇਖੋਗੇ ਹੈਗਾ ਸਿੱਖ ਗ੍ਰਾਮਰ ਸਕੂਲ। ਜਿਹੜਾ ਵਰਡ ਗ੍ਰਾਮਰ ਹੈ ਉਹ ਆਸਟ੍ਰੇਲੀਅਨ ਕੰਟੈਕਸਟ ਦੇ ਵਿੱਚ ਦੇਖਿਆ ਜਾਏ, ਇਟ ਇਜ਼ ਗਿਵਨ ਟੂ ਅ ਸਕੂਲ ਵਿਚ ਇਜ਼ ਹਾਈਲੀ ਇੰਪਰੋਵਾਈਜ਼ਡ ਔਨ ਐਕੈਡੈਮਿਕ ਐਕਸਲੈਂਸ। ਸਾਡੀਆਂ ਜਿਹੜੀਆਂ ਵੈਲਿਊਜ਼ ਵੀ ਤੁਸੀਂ ਦੇਖੋਗੇ, ਪਿੱਛੇ ਤੁਹਾਡੇ ਬੈਨਰ ਦਿਖ ਰਿਹਾ, ਇਹਦੇ ਵਿੱਚ 3 ਵੈਲਿਊਜ਼ ਨੇ, ਜਿਹਦੇ ਵਿੱਚ ਐਕੈਡੈਮਿਕ ਐਕਸਲੈਂਸ ਨੰਬਰ 1 'ਤੇ ਹੈ, ਦੈਨ ਵੀ ਹੈਵ ਸਪਿਰਿਚੁਅਲਿਟੀ ਐਂਡ ਦੈਨ ਵੀ ਹੈਵ ਫਿਜ਼ੀਕਲ ਸਟਰੈਂਥ। ਤਿੰਨਾਂ ਦਾ ਇਹ 3 pillars ਨੇ, or you can say they are the 3 values that our school has, and they all have a very deep meaning into its own. ਤੁਸੀਂ ਐਕੈਡੈਮਿਕ ਐਕਸਲੈਂਸ ਨੂੰ ਦੇਖ ਲਓ, ਮੈਂ ਆਲਰੇਡੀ ਦੱਸਿਆ ਥੋੜ੍ਹਾ ਜਿਹਾ ਕਿ ਇਹ ਇੱਕ ਵਨ ਆਫ ਦ ਬੈਸਟ ਇੰਟੈਲੈਕਚੁਅਲੀ ਬੱਚਿਆਂ ਨੂੰ ਗਰੂਮ ਕਰਨ ਵਾਸਤੇ, ਉਹਨਾਂ ਨੂੰ ਹਾਈ ਸਕੂਲਸ ਤੱਕ ਲੈ ਜਾਣ ਤੱਕ ਵੀ ਵਾਂਟ them to be going into the best unis or accountants, lecturers, ਹਰ ਅਰੀਨਾ ਨੈਸ਼ਨਲ ਦੇ ਵਿੱਚ we want them to be there. ਉਹਦੇ ਵਾਸਤੇ ਐਕੈਡੈਮਿਕ ਐਕਸਲੈਂਸ ਬਹੁਤ ਜ਼ਰੂਰੀ ਹੈ, ਐਂਡ ਫॉर दैट ਵੀ ਗੋਇੰਗ ਟੂ ਹੈਵ ਦ ਬੈਸਟ ਟੈਕਨੋਲੋਜੀ ਅਵੇਲੇਬਲ ਟੂ them, ਬੈਸਟ ਐਕੈਡੈਮਿਕ ਜਿਹੜੇ ਰਿਸੋਰਸਿਸ ਨੇ, ਜਿਵੇਂ ਐਕਸਪੀਰੀਅੰਸ ਸਟਾਫ ਮੈਂਬਰਸ ਨੇ, ਫੈਕਲਟੀ ਮੈਂਬਰਸ ਨੇ, they will be chosen from the best. As we have as a value, this is basically one of the most biggest priority we have for our school. ਜੇ ਆਪਾਂ ਸੈਕਿੰਡ ਵੈਲਿਊ ਦੀ ਗੱਲ ਕਰੀਏ, ਸਾਡੇ ਸਕੂਲ ਦੇ ਬੈਨਰ ਦੇ ਵਿੱਚ ਤੁਸੀਂ ਪਿੱਛੇ ਦੇਖ ਸਕਦੇ ਹੋ, ਉਹ ਹੈ ਸਪਿਰਿਚੁਅਲਿਟੀ। ਐਂਡ ਵਾਟ ਡਜ਼ ਸਪਿਰਿਚੁਅਲਿਟੀ ਮੀਨਸ? ਅਸੀਂ ਸਪਿਰਿਚੁਅਲਿਟੀ ਨੂੰ ਅਸੀਂ ਇਸ ਤਰ੍ਹਾਂ ਡਿਫਾਈਨ ਕਰਦੇ ਹਾਂ ਕਿ ਦੇ ਆਰ ਹਿਊਮਨ ਵੈਲਿਊਜ਼। ਸਪਿਰਿਚੁਅਲਿਟੀ ਸਿੱਖੀ ਦੀਆਂ ਵੈਲਿਊਜ਼ ਵੀ ਨੇ। ਸਿੱਖੀ ਜਿਹੜੇ ਗੁਰੂ ਸਾਹਿਬਾਂ ਦੀਆਂ ਟੀਚਿੰਗਸ ਨੇ, 10 ਗੁਰੂ ਸਾਹਿਬਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ, 250 years ਦਾ ਜਿਹੜਾ ਸਿੱਖ ਇਤਿਹਾਸ ਹੈ, ਉਹਦੇ ਨਾਲ ਆਪਾਂ ਕਿਵੇਂ ਬੱਚਿਆਂ ਨੂੰ ਜੋੜਨਾ। ਅਤੇ ਮੇਰੇ ਖਿਆਲ ਦੇ ਵਿੱਚ ਸਪਿਰਿਚੁਅਲਿਟੀ ਜਾਂ ਜਿਹੜੀਆਂ ਸਿੱਖ ਵੈਲਿਊਜ਼ ਨੇ ਉਹ ਹਿਊਮਨ ਵੈਲਿਊਜ਼ ਹੀ ਨੇ। ਜੇ ਅਸੀਂ ਅੱਜ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣ ਦੀ ਗੱਲ ਕਰਦੇ ਹਾਂ, ਅਤੇ ਇਹ ਅੱਜ ਦੀ ਸੁਸਾਇਟੀ ਦੀਆਂ ਹੀ ਵੈਲਿਊਜ਼ ਜਿਹੜੀਆਂ ਇੱਕ ਸੰਪੂਰਨ ਹਿਊਮਨ ਬੀਇੰਗ ਨੂੰ ਤਿਆਰ ਕਰਦੀਆਂ ਨੇ। ਉਹ ਸਿੱਖ ਵੈਲਿਊਜ਼ ਉਹੀ ਨੇ, ਅਸੀਂ ਉਹੀ ਦੇਣ ਦੀ ਕੋਸ਼ਿਸ਼ ਕਰਨੀ ਹੈ। ਅਸੀਂ ਇਹੀ ਕੋਸ਼ਿਸ਼ ਕਰਨੀ ਹੈ ਕਿ ਸਾਡੇ ਜਿਹੜੇ ਬੱਚੇ ਨੇ ਉਹ ਸਿੱਖੀ ਨਾਲ ਜੁੜੇ ਰਹਿਣ, ਅਤੇ they can become better citizens of this world as well at the same time, because we don't see Sikh values and human values as any different. ਜਿਹੜਾ Ravi Khalsa ne, he's one of the ambassadors of Sikhism. How he's come into the world stage is just because ਉਹਨਾਂ ਨੇ Sikh values ਨੂੰ ਹੀ ਆਪਣੇ ਵਿੱਚ ਲਿਆਂਦਾ ਹੈ। ਫੋਰ ਐਗਜ਼ਾਮਪਲ ਵੰਡ ਛਕਣਾ ਜਾਂ ਹੈਲਪ ਕਰਨੀ, ਇਹ ਸਭ ਸਿੱਖਾਂ ਦੀਆਂ ਵੈਲਿਊ ਨੇ। ਥਰਡ, ਤੁਹਾਡੇ ਨਾਲ ਕਵਰਜੀਤ ਸਿੰਘ ਜੀ ਫਿਰ ਹੋਣਾ, ਮੈਂ ਜਾ ਰਿਹਾ ਵਾਂ ਭੈਣ ਜੀ ਅਮਰਦੀਪ ਕੌਰਲ, ਕਿ ਜਿਸ ਤਰ੍ਹਾਂ ਕਵਰਜੀਤ ਸਿੰਘ ਜੀ ਹੁਣਾਂ ਕਿਹਾ ਵਾ ਕਿ ਜਿਸ ਤਰ੍ਹਾਂ ਖਾਲਸਾ ਨਿਆਰਾ ਵਾ, ਇਸ ਤਰ੍ਹਾਂ ਇਹ ਅਸੀਂ ਸੋਚ ਰਹੇ ਹਾਂ ਕਿ ਸਕੂਲ ਵੀ ਇੱਕ ਨਿਆਰਾਪਨ ਹੋਵੇ, ਜਿੱਦਾਂ ਕਿ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਆ, 4 ਵਰਨਾਂ ਨੂੰ ਸਾਂਝਾ, ਇਹ ਵੀ ਇੱਕ ਸਰਬ ਸਾਂਝੀਵਾਲ ਦਾ ਪ੍ਰਤੀਕ ਹੋਵੇ। ਅਤੇ ਇਹਦੇ ਵਿੱਚ ਕੀ ਨਿਆਰਾਪੁਣ ਆ, ਜਿੱਦਾਂ ਸਟੱਡੀ ਦੇ ਵਿੱਚ ਤੁਸੀਂ ਕੀ ਸਮਝਦੇ ਆ, ਕੀ ਨਿਆਰਾਪਨ ਲਿਆ ਰਹੇ ਆ? ਸਭ ਤੋਂ ਪਹਿਲਾਂ ਜੀ ਫਤਿਹ ਬੁਲਾਉਣਾ ਚਾਹਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਕੂਲ ਦੇ ਵਿੱਚ ਵੱਖਰਾ ਕੀ ਹੋਏਗਾ, ਪੜ੍ਹਾਈ ਤਾਂ ਹਰ ਸਕੂਲ ਦੇ ਵਿੱਚ ਵਧੀਆ ਹੀ ਹੁੰਦੀ ਹੈ,
ਹਰ ਮਾਂ-ਬਾਪ ਇਹੀ ਚਾਹੁੰਦਾ ਕਿ ਵਧੀਆ ਸਕੂਲ ਵਿੱਚ ਸਾਡਾ ਬੱਚਾ ਜਾਵੇ। ਅਤੇ ਸਾਡੇ ਵਾਸਤੇ ਇਹ ਚੀਜ਼ ਕੀ ਵੱਖਰੀ ਹੈ, ਵੱਖਰਾ ਇਹ ਆ ਕਿ ਸਾਡੇ ਬੱਚੇ ਜਿਨ੍ਹਾਂ ਵੈਲਿਊਜ਼ ਤੋਂ ਵਿਛੜ ਗਏ ਨੇ, ਜਿਨ੍ਹਾਂ ਚੀਜ਼ਾਂ ਤੋਂ ਦੂਰ ਜਾ ਰਹੇ ਨੇ, ਉਹਨਾਂ ਦੇ ਅਸੀਂ ਕੋਸ਼ਿਸ਼ ਕਰੀਏ ਉਹਨਾਂ ਦੇ ਕੋਲ ਉਹਨਾਂ ਨੂੰ ਲਿਆ ਸਕੀਏ। ਉਹਨਾਂ ਦੇ ਆਚਾਰ, ਉਹਨਾਂ ਦੇ ਵਿਚਾਰ ਅਸੀਂ ਉਸ ਤਰ੍ਹਾਂ ਦੇ ਬਣਾ ਸਕੀਏ ਤਾਂ ਕਿ ਉਹ ਨਾ ਹੀ ਅੱਛੇ ਡਾਕਟਰ, ਇੰਜੀਨੀਅਰ ਜਾਂ ਅੱਛੀ ਪੋਸਟ ਵਿੱਚ ਜਾ ਸਕਣ, ਅੱਛੇ ਇਨਸਾਨ ਬਣ ਸਕਣ। ਬਿਕਾਜ਼ ਅਗਰ ਤੁਸੀਂ ਦੇਖੋ, ਸਿਰਫ ਅੱਛੇ ਅਹੁਦੇ ਹੀ ਤੁਹਾਨੂੰ ਅੱਛਾ ਇਨਸਾਨ ਨਹੀਂ ਬਣਾਉਂਦੀਆਂ। ਤੁਹਾਨੂੰ ਬੋਲਣ ਦੀ ਅਕਲ ਹੋਣੀ ਚਾਹੀਦੀ ਹੈ, ਤੁਹਾਨੂੰ ਆਚਾਰ, ਤੁਹਾਨੂੰ ਕਿਸ ਤਰ੍ਹਾਂ ਕਿਸੇ ਦੇ ਨਾਲ ਡੀਲ ਕਰਨਾ ਉਹਦਾ ਪਤਾ ਹੋਣਾ ਚਾਹੀਦਾ ਹੈ। ਇਹ ਸਾਰੀ ਸੂਝ-ਬੂਝ ਇੱਕ ਇਨਸਾਨ ਦੇ ਵਿੱਚ ਤੁਸੀਂ ਬਚਪਨ ਤੋਂ ਹੀ ਪਾਣੀ ਸ਼ੁਰੂ ਕਰ ਦਿਓ ਤਾਂ ਹੀ ਆਉਂਦੀ ਹੈ। ਹੁਣ ਅਗਰ ਤੁਸੀਂ ਕਹੋ ਕਿ ਵੱਡਾ ਹੋ ਕੇ ਬੱਚਾ ਆਪਣੇ ਆਪ ਸਿੱਖ ਲਏਗਾ, ਤਾਂ ਇਹ ਚੀਜ਼ ਪੋਸੀਬਲ ਨਹੀਂ ਹੁੰਦੀ। ਬਿਕਾਜ਼ ਜਦੋਂ ਤੁਸੀਂ ਕਿਸੇ ਦਰਖਤ ਨੂੰ ਵੱਡਾ ਕਰਨਾ ਆ ਤਾਂ ਉਹਨੂੰ ਸ਼ੁਰੂ ਤੋਂ ਹੀ ਪਾਣੀ ਪਾ ਕੇ ਉਹਨੂੰ ਪਹਿਲਾਂ ਤੋਂ ਹੀ ਤੁਹਾਨੂੰ ਨਰਚਰ ਕਰਨਾ ਪੈਂਦਾ ਹੈ, ਤਾਂ ਹੀ ਉਹ ਵੱਡਾ ਹੋ ਕੇ ਉਸ ਤਰ੍ਹਾਂ ਦਾ ਫਲ ਤੁਹਾਨੂੰ ਦੇਵੇਗਾ। ਅਤੇ ਜੇ ਤੁਸੀਂ ਚਾਹੁੰਦੇ ਹੋ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੱਡੇ ਹੋ ਕੇ ਇਸ ਤਰ੍ਹਾਂ ਦੇ ਬਣਨ, ਇਸ ਤਰ੍ਹਾਂ ਦੀ ਅਸੀਂ ਉਹਨਾਂ ਵਾਸਤੇ ਤਸਵੀਰ ਦੇਖਦੇ ਹਾਂ, ਅਤੇ ਸਾਨੂੰ ਅੱਜ ਤੋਂ ਹੀ ਉਹ ਚੀਜ਼ ਦਾ ਉਪਰਾਲਾ ਕਰਨਾ ਚਾਹੀਦਾ। ਇਹ ਸਕੂਲ ਵੱਖਰਾ ਇਹੀ ਚੀਜ਼ ਕਰੇਗਾ ਕਿ ਅਕੈਡਮਿਕ ਐਕਸਲੈਂਸ ਤਾਂ ਹੈ ਹੀ ਹੈ, ਉਸ ਦੇ ਨਾਲ ਨਾਲ ਇਸ ਦੇ ਵਿੱਚ ਅਸੀਂ ਸਪਿਰਿਚੁਅਲਿਟੀ ਆਪਣੇ ਬੱਚਿਆਂ 'ਚ ਪਾਉਣਾ ਚਾਹੁੰਦੇ ਹਾਂ, ਤਾਂ ਕਿ ਨਾ ਹੀ ਸਿਰਫ ਆਪਣੀ ਉਹਨਾਂ ਦੀ ਕੈਪੇਬਿਲਿਟੀ ਵਰਲਡ ਦੇ ਵਿੱਚ ਵਧੇ, ਆਪਣੇ ਦਿਮਾਗ ਦੇ ਵਿੱਚ ਸ਼ਾਂਤੀ ਰਹੇ, ਸਹੀ ਸਮਝ ਦੇ ਨਾਲ, ਸਹੀ ਸੋਚ ਦੇ ਨਾਲ ਫੈਸਲਾ ਲੈਣ ਦੀ ਉਹ ਹਿੰਮਤ ਰੱਖ ਸਕਣ। ਇਹ ਸਪਿਰਿਚੁਅਲਿਟੀ ਦੇ ਨਾਲ ਹੀ ਇਹ ਚੀਜ਼ਾਂ ਆਉਂਦੀਆਂ ਨੇ। ਫਿਜ਼ੀਕਲ ਸਟਰੈਂਥ ਜਿਹੜੀ ਕਿ ਅਸੀਂ ਆਪਣੇ ਲੋਗੋ ਦੇ ਵਿੱਚ ਵੀ ਲਗਾਇਆ ਹੈ, ਇਹਦਾ ਮਤਲਬ ਇਹ ਹੈ ਕਿ ਸਿਰਫ ਅਸੀਂ ਲਿਮਿਟਡ ਹੀ ਇਹ ਨਹੀਂ ਹੈਗਾ ਕਿ ਸਿਰਫ ਬੱਚੇ ਪੜ੍ਹ ਕੇ ਹੀ ਚਲ ਜਾਂਦੇ ਨੇ। ਪੜ੍ਹਾਈ ਦੇ ਨਾਲ ਖੇਡਾਂ ਵੀ ਹੋਣਗੀਆਂ ਅਤੇ ਉਹਨਾਂ ਦੀ ਪਸੰਦ ਦੀਆਂ ਖੇਡਾਂ ਹੋਣਗੀਆਂ। ਦੇ ਨਾਲ ਸਿੱਖ ਇਤਿਹਾਸ ਵਿੱਚ ਜਿਵੇਂ ਘੋੜਸਵਾਰੀ ਹੋ ਗਈ, ਗੱਤਕਾ ਹੋ ਗਿਆ, ਇਹੋ ਜਿਹੀ ਜਿਹੜੀਆਂ ਖੇਡਾਂ ਨੇ। ਇਹਦੇ ਵਿੱਚ ਤੁਸੀਂ ਜਿਹੜਾ ਘੋੜਸਵਾਰੀ ਦਾ ਵੀ ਸਿਖਾ ਰਹੇ ਆ। ਪਿਆਰੇ ਦਰਸ਼ਕੋ, ਕਿੱਡੀ ਵਧੀਆ ਗੱਲ ਆ ਕਿ ਜਿਹੜੀ ਚੀਜ਼ ਗੱਡੀ ਲੈਣ ਤੋਂ ਲੱਥੀ ਆ, ਜਿਹੜਾ ਸਾਡਾ ਇਤਿਹਾਸ ਆ, ਅਸੀਂ ਕਿਤੇ ਨਾ ਕਿਤੇ ਭੁੱਲਦੇ ਜਾਂਦੇ ਹਾਂ। ਜਿਸ ਤਰ੍ਹਾਂ ਇਹਨਾਂ ਫਿਜ਼ੀਕਲ ਐਜੂਕੇਸ਼ਨ ਬਾਰੇ ਦੱਸਿਆ ਵਾ, ਸਰੀਰਕ ਸਿੱਖਿਆ ਬਾਰੇ ਦੱਸਿਆ ਵਾ। ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਦੇ ਵਿੱਚ ਮੱਲ ਅਖਾੜਾ ਸੀ, ਉੱਥੇ ਕੁਸ਼ਤੀਆਂ ਕਰਾਉਂਦੇ ਹੁੰਦੇ ਸੀ। ਇਹਨਾਂ ਲੋਕਾਂ ਨੇ ਤੇ ਹੁਣ ਸ਼ੁਰੂ ਕੀਤੀਆਂ ਸਰੀਰਕ ਸਿੱਖਿਆ। ਕਈ ਸਾਲ ਪਹਿਲਾਂ ਜਿੱਦਾਂ ਸਾਡੇ ਸਤਿਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ, ਲੱਖ ਆਕਾਸ਼ ਲੱਖ ਅਵਤਾਲ। ਸੋ ਬੜੇ ਚਿਰ ਤੋਂ ਸਾਡੀ ਜਿਹੜੀ ਆ ਪਰੰਪਰਾ, ਸਾਡੇ ਸਤਿਗੁਰਾਂ ਨੇ ਦੱਸਤਾ ਵੀ ਸਰੀਰਕ ਸਿੱਖਿਆ ਬੜੀ ਜ਼ਰੂਰੀ ਆ। ਜਿਸ ਤਰ੍ਹਾਂ ਅਮਨਦੀਪ ਕੌਰ ਦੱਸ ਰਹੀ ਆ, ਕਿੱਡੀ ਖੁਸ਼ੀ ਦੀ ਗੱਲ ਆ ਕਿ ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਜਦੋਂ ਗੁਰਗੱਦੀ ਦਿੱਤੀ ਬਾਬਾ ਬੁੱਢਾ ਸਾਹਿਬ ਜੀ ਨੇ, ਅਤੇ ਸ਼ੈਲੀ ਟੋਪੀ ਲਿਆਂਦੀ ਗਈ ਜਿਹੜੀ ਕਿ ਰੇਸ਼ਮ ਦੀ ਬਣੀ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ, ਨਹੀਂ, ਇਹਨੂੰ ਹੁਣ ਤੋਸ਼ੇਖਾਨੇ ਦੇ ਵਿੱਚ ਰੱਖੋ, ਮੈਨੂੰ ਦਸਤਾਰ ਸਜਾਓ, ਮੈਨੂੰ ਕਿਰਪਾਨ ਪਹਿਨਾਓ, ਮੈਨੂੰ ਘੋੜ ਸਵਾਰੀ ਜਿਹੜੀ ਆ ਉਹ ਕਰ ਦਿਓ। ਸੋ ਗੁਰੂ ਪਿਆਰਿਓ, ਇਹ ਦੱਸਿਆ ਵੀ ਕਿ ਹੁਣ ਜਿਨ੍ਹਾਂ ਨੇ ਵੀ ਰਸਤਾਂ ਲਿਆਉਣੀਆਂ ਵਾ, ਉਹ ਜ਼ਰੂਰ ਨਾਲ ਸੋਹਣੇ ਸੋਹਣੇ ਘੋੜੇ ਵੀ ਲੈ ਕੇ ਆਉਣ, ਨਿਰਾ ਲੈ ਕੇ ਨਹੀਂ ਆਉਣ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਆਪ ਵੀ ਘੋੜ ਲਈ ਘੋੜ ਸਵਾਰੀ ਸਿੱਖਣ, ਸ਼ਸਤਰ ਸਿੱਖਣ। ਅਤੇ ਜਿਸ ਤਰ੍ਹਾਂ ਇੱਥੇ ਬੜੀ ਸੁਣ ਕੇ ਖੁਸ਼ੀ ਹੋਈ ਆ, ਪਿਆਰੇ ਦੱਸੋ ਤੁਹਾਨੂੰ ਵੀ ਹੋਈ ਹੋਊਗੀ ਕਿ ਅਮਨਦੀਪ ਕੌਰ ਨੇ ਕਿਹਾ ਵਾ ਕਿ ਇੱਥੇ ਘੋੜ ਸਵਾਰੀ ਵੀ ਆ ਜਿਹੜੀ ਆ ਉਹ ਵੀ ਸਿਖਾਲੀ ਜਾਊਗੀ, ਗੱਤਕਾ ਵੀ ਸਿਖਾਲਿਆ ਜਾਊਗਾ, ਅਤੇ ਹੋਰ ਕਿਹੜੇ ਜਿਹੜੇ ਆਪਣੇ ਗੁਰਸਿੱਖੀ ਦੇ ਨਾਲ ਬਿਲੋਂਗ ਆ, ਕਿਹੋ ਜਿਹੇ ਸਬਜੈਕਟ ਤੁਸੀਂ ਬੱਚਿਆਂ ਨੂੰ ਜਿਹੜੇ ਆ ਉਹ ਸਿਖਾ ਰਹੇ? ਸਭ ਤੋਂ ਪਹਿਲਾਂ ਅਗਰ ਅਸੀਂ ਆਪਣੀ ਸਿੱਖੀ ਦੇ ਨਾਲ ਜੁੜਨਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੁੜਨ ਦੀ ਲੋੜ ਹੈ। ਉਹਨਾਂ ਨਾਲ ਜੁੜਨ ਦੀ ਅਗਰ ਚਾਹੁੰਦੇ ਹਾਂ, ਚਾਹਤ ਮਨ 'ਚ ਰੱਖਦੇ ਹਾਂ, ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੀ ਮਾਂ ਬੋਲੀ ਸਿੱਖਣ ਦੀ ਲੋੜ ਹੈ। ਅਤੇ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਅਕੈਡਮਿਕ ਸਾਰੇ ਬਾਕੀ ਸਬਜੈਕਟਸ ਦੇ ਨਾਲ ਨਾਲ ਬੱਚਿਆਂ ਨੂੰ ਅਸੀਂ ਪੰਜਾਬੀ ਵੀ ਸਿਖਾਈਏ। ਅਮਰਦੀਪ ਨੇ ਬਹੁਤ ਵਧੀਆ ਗੱਲ ਕੀਤੀ ਆ ਕਿ ਸਾਨੂੰ ਸਾਡੀ ਜਿਹੜੀ ਆ ਮਾਂ ਬੋਲੀ, ਉਹ ਜੇ ਅਸੀਂ ਉਰ ਤੋਂ ਹੀ ਪਰੇ ਹਟ ਕੇ, ਸਿਆਣੇ ਕਹਿੰਦੇ ਆ ਕਿ ਬੋਲੀ ਜਿਹੜੀ ਹਰ ਇੱਕ ਸਿੱਖਣੀ ਚਾਹੀਦੀ ਆ, ਪਰ ਆਪਣੀ ਮਾਂ ਬੋਲੀ ਨਹੀਂ ਭੁਲਾਉਣੀ ਚਾਹੀਦੀ। ਅਤੇ ਜੇ ਮਾਂ ਬੋਲੀ ਆਪਾਂ ਭੁੱਲ ਕੇ, ਅਤੇ ਜਿਹੜੇ ਆਪਾਂ ਗੁਰਦੁਆਰਿਆਂ ਦੇ ਉੱਤੇ ਇੰਨਾ ਪੈਸਾ ਲਾਇਆ, ਸੋਨੇ ਦੇ ਆਪਾਂ ਇੰਨੇ ਪੈਸੇ ਖਰਚੇ ਆ, ਅਤੇ ਕਿਤੇ ਸਾਡੇ ਨਾਲ ਇਹ ਨਾ ਹੋਵੇ ਕਿ ਦੁਨੀਆ ਦੇ ਉੱਤੇ ਰਾਜ ਕਰਨ ਵਾਲੀ ਜਿਹੜੀ ਆ ਇੰਗਲੈਂਡ ਦੀ ਜਿਹੜੀ ਆ ਸਰਕਾਰ ਆ, ਜਿਨ੍ਹਾਂ ਦੇ ਰਾਜ ਦੇ ਵਿੱਚ ਸੂਰਜ ਨਹੀਂ ਛਿਪਦਾ, ਔਰ ਉਹਨਾਂ ਦੀਆਂ ਇੰਨੀਆਂ ਚਰਚਾਂ ਜਿਹੜੀਆਂ ਮੈਂ ਕਹਿ ਲਵਾਂ ਕਿ 90% ਉਹ ਚਰਚਾਂ ਜਿਹੜੀਆਂ ਉਹਨਾਂ ਨੂੰ ਵੇਚਣੀਆਂ ਪਈਆਂ, ਜਿਨ੍ਹਾਂ ਦੇ ਵਿੱਚ ਇੰਗਲੈਂਡ ਦੇ ਵਿੱਚ, ਇਟਲੀ ਦੇ ਵਿੱਚ, ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਅੱਜ ਆਪਾਂ ਉਹਨਾਂ ਕੋਲ ਖਰੀਦ ਕੇ ਤੇ ਗੁਰਦੁਆਰੇ ਬਣਾਏ ਆ। ਸੋ ਗੁਰੂ ਪਿਆਰਿਓ, ਆਪਾਂ ਨੂੰ ਜ਼ੋਰ ਹੈ, ਲੋੜ ਹੈ ਕਿ ਆਪਾਂ ਆਪਣੀ ਨਵੀਂ ਪੀੜ੍ਹੀ ਵੱਲ ਧਿਆਨ ਦਈਏ। ਜਿਸ ਤਰ੍ਹਾਂ ਇਹ
ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਇੱਥੇ ਦਾ ਜਿਹੜਾ ਨਿਸ਼ਕਾਮ ਜਿਹੜਾ ਸੇਵਾ ਕਰ ਰਿਹਾ ਸਿੱਖੀ ਦਾ, ਇਹਨਾਂ ਦੇ ਵਿੱਚ ਦਰਦ ਹੈ ਕਿ ਕਿਸ ਤਰ੍ਹਾਂ ਮਾਂ ਬੋਲੀ ਜਿਹੜੀ ਆ ਉਹਨੂੰ ਜਿੰਦਾ ਰੱਖਣਾ ਹੈ। ਜੇ ਮਾਂ ਬੋਲੀ ਅਸੀਂ ਭੁੱਲ ਗਏ ਤੇ ਗੁਰੂ ਗ੍ਰੰਥ ਸਾਹਿਬ ਤੋਂ ਪਾਠ ਤੇ ਵੱਖਰੀ ਚੀਜ਼ ਆ। ਗੁਰੂ ਪਿਆਰਿਓ, ਗੁਟਕਾ ਸਾਹਿਬ ਤੋਂ ਕੌਣ ਪਾਠ ਕਰੂਗਾ, ਕੌਣ ਸਾਡੇ ਗੁਰਦੁਆਰੇ ਸੰਭਾਲੂਗਾ। ਸੋ ਮੈਂ ਫਿਰ ਅਮਨਦੀਪ ਤੁਹਾਡੇ ਵੱਲ ਆਉਣਾ ਵਾਂ। ਜਿਸ ਤਰ੍ਹਾਂ ਨੌਜਵਾਨ ਅਮਨਦੀਪ ਨੇ ਦੱਸਿਆ ਕਿ ਘੋੜਸਵਾਰੀ ਵੀ ਇੱਥੇ ਸਿਖਾਲਣਗੇ, ਇੱਥੇ ਗੱਤਕਾ ਵੀ ਸਿਖਾਲਿਆ ਜਾਊਗਾ, ਹੋਰ ਵੀ ਜਿਹੜਾ ਜੋ ਆਪਣੇ ਗੁਰਮਤ ਦੇ ਨਾਲ ਆ ਉਹ ਵਿਦਿਆ ਦਿੱਤੀ ਜਾਊਗੀ। ਅਤੇ ਇੱਥੇ ਦਾ ਜਿਹੜਾ ਹੋਰ ਤੁਹਾਨੂੰ ਇਹ ਬੜੇ ਚਿਰ ਤੋਂ ਤੁਸੀਂ ਦੱਸਿਆ, ਜਿੱਦਾਂ ਤੁਸੀਂ ਪਹਿਲਾਂ ਦੱਸਿਆ 10 ਸਾਲ ਹੋ ਗਿਆ ਇਸ ਪ੍ਰੋਜੈਕਟ ਦੇ, ਅਤੇ ਅਜੇ ਕਿੱਥੋਂ ਤਾਈਂ ਇਹ ਪਹੁੰਚਿਆ ਵਾ ਅਤੇ ਕਦੋਂ ਤੱਕ ਇਹ ਤੁਹਾਡੇ ਖਿਆਲ ਦੇ ਵਿੱਚ ਤਿਆਰ ਹੋਊਗਾ? ਹਾਂਜੀ, ਇਹ ਜਿਵੇਂ ਇਹਨਾਂ ਨੇ ਦੱਸਿਆ ਕਿ ਘੋੜਸਵਾਰੀ ਜਾਂ ਫਿਜ਼ੀਕਲ ਸਟਰੈਂਥ ਇੱਕ ਸਾਡੀ ਇਜ਼ ਵਨ ਆਫ ਦ ਮੇਨ ਵੈਲਿਊਜ਼ ਐਂਡ ਵੀ ਪੁੱਟ ਲੋਟ ਆਫ ਇੰਪੋਰਟੈਂਸ ਔਨ ਦੈਟ। ਹੈਵਿੰਗ ਸੈਡ ਦੈਟ, ਜਿਹੜਾ 10 ਏਕਰਸ ਦੀ ਟੋਟਲ ਲੈਂਡ ਹੈ ਸਾਡੇ ਕੋਲੋਂ, ਇਹਦੇ ਵਿੱਚ ਅਸੀਂ we are planning to have a Gurdwara Sahib sab to pehle, which is because that goes along with our spirituality, in line with that. Secondly, we want to have a school which starts from kindergarten up to year 12. ਉਹਦੇ ਵਿੱਚ ਅਸੀਂ hostel ਵੀ ਰੱਖਣਾ ਹੈ, ਜਿਹੜੇ ਆਫਟਰ ਸਕੂਲ ਕੇਅਰ ਹੈ ਉਹ ਵੀ ਹੋਏਗੀ। ਮਤਲਬ ਇਹਦੇ ਇੱਥੇ ਕੀਰਤਨ ਵੀ ਸਿਖਾਇਆ ਜਾਏਗਾ। ਸੋ ਪਲਾਨਸ, ਵੀ ਹੈਵ ਵੈਰੀ ਐਂਬੀਸ਼ੀਅਸ ਪਲਾਨਸ। ਐਂਡ ਘੋੜਸਵਾਰੀ ਜਿਹੜੀ ਆ ਉਹ ਇੱਕ ਇੰਟੈਗਰਲ ਪਾਰਟ ਹੈ ਫਿਜ਼ੀਕਲ ਸਟਰੈਂਥ ਦਾ, ਬਿਕੋਜ਼ ਵੀ ਵਾਂਟ ਟੂ ਮੇਕ ਸ਼ੋਰ ਕਿ ਅਸੀਂ ਨਾਟ ਓਨਲੀ ਘੋੜਸਵਾਰੀ ਜਿਹੜੀ ਕਿ ਸਾਡੇ ਰੂਟਸ ਦੇ ਵਿੱਚ ਹੈਗੀ ਹੈ, ਕ੍ਰਿਕਟ ਦੇ ਵਿੱਚ ਵੀ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਸੌਕਰ ਦੇ ਵੀ ਇੱਥੇ ਪਲੇਗਰਾਊਂਡਸ ਹੋਣ, ਇੱਥੇ ਕ੍ਰਿਕਟ ਦੇ ਪਲੇਗਰਾਊਂਡਸ ਹੋਣ। ਵੀ ਵਾਂਟ ਟੂ engage with the best of the best, ਜਿਹੜੇ ਫੋਰ ਐਗਜ਼ਾਮਪਲ ਸਾਨੂੰ ਕ੍ਰਿਕਟ ਆਸਟ੍ਰੇਲੀਆ ਤੋਂ ਵੀ ਪਿੱਛੇ ਇੱਕ ਆਫਰ ਆਈ ਸੀਗੀ ਕਿ ਦੇ ਵਾਂਟ ਟੂ ਪਾਰਟਨਰ ਵਿਦ ਅਸ ਇਨ ਦੈਟ ਰਿਗਾਰਡ ਕਿ ਅਸੀਂ ਤੁਹਾਨੂੰ ਕ੍ਰਿਕਟ ਦੀ ਵੀ ਸਰਵਿਸਿਜ਼ ਪ੍ਰੋਵਾਈਡ ਕਰਾਂਗੇ। ਬਿਕੋਜ਼ ਸਿੱਖਸ ਜਿਹੜੇ ਨੇ ਉਹ ਦੇ ਆਰ ਨੋਨ ਫॉर देयर ਫਿਜ਼ੀਕਲ ਸਟਰੈਂਥ। ਆਈ ਮੀਨ ਤੁਸੀਂ ਤੇ ਪੁਰਾਣਾ ਇੱਕ ਮਾਰਸ਼ਲ ਰੇਸ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੇ ਗੁਣ ਨੇ, ਬਟ ਐਟ ਦ ਸੇਮ ਟਾਈਮ ਤੁਸੀਂ ਮੈਂਟਲੀ ਦੇ ਦੇਖਣਾ ਜਾਏ, ਆਪਣੀ ਇੰਟੈਲੈਕਚੁਅਲੀ ਤੁਸੀਂ ਦੇਖੋ ਡਾਕਟਰ ਮਨਮੋਹਨ ਸਿੰਘ ਤੱਕ ਦੇ ਵੀ ਬੰਦੇ ਹੈਗੇ ਨੇ। ਸੋ ਵੀ ਵਾਂਟ ਟੂ ਬੈਲੈਂਸ ਇਟ ਆਊਟ। ਅਸੀਂ ਜੇ ਇਹ ਗੱਲ ਕਰੀਏ, ਤੁਸੀਂ ਪੁੱਛਿਆ ਕਿ ਅਸੀਂ 10 ਸਾਲ ਪਹਿਲੇ ਤੋਂ ਇਹ ਸਟਾਰਟ ਕੀਤਾ ਸੀਗਾ ਪ੍ਰੋਸੈਸ, ਐਂਡ ਇਟ ਹੈਜ਼ ਬੀਨ ਅ ਜਰਨੀ। ਇਹਦੇ ਵਿੱਚ ਸਾਡੇ ਬਹੁਤ ਅਪਸ ਐਂਡ ਡਾਊਨਸ ਆਏ ਨੇ ਸੋ ਫਾਰ। ਜਿੱਥੇ ਅੱਜ ਅਸੀਂ ਬੈਠੇ ਹਾਂ ਇਹ ਵੀ ਕੋਈ ਛੋਟੀ ਗੱਲ ਨਹੀਂ ਸੀਗੀ। ਇਟ ਹੈਜ਼ ਬੀਨ ਅ ਜਰਨੀ ਫੁੱਲ ਆਫ ਲੋਜ਼ ਐਂਡ ਹਾਈਜ਼। ਅਸੀਂ 10 ਏਕੜ ਦੀ ਟੋਟਲ ਜਗ੍ਹਾ ਹੈ। ਅਸੀਂ ਪਲਾਨ ਇਸ ਕਰ ਰਹੇ ਹਾਂ ਸੋ ਫਾਰ ਕਿ 2019 ਜਾਂ 2020 ਤੱਕ we would like to actually have something substantial ਜਿਹੜਾ ਕਿ ਰੈਡੀ ਹੋਏ। ਇਟਸ ਫਸਟ ਆਫ ਆਲ, ਤੁਸੀਂ ਹਰ ਪ੍ਰੋਜੈਕਟ ਦੇ ਵਿੱਚ ਫਸਟ ਆਫ ਆਲ ਤੁਹਾਨੂੰ ਪਤਾ ਹੀ ਹੈ ਕਿ ਫਾਈਨੈਂਸ਼ੀਅਲ ਕੰਸਟ੍ਰੇਨ ਹੁੰਦਾ ਹੈ। ਇਹ ਇੱਕ ਛੋਟਾ ਪ੍ਰੋਜੈਕਟ ਨਹੀਂ ਹੈ। ਇਹਦੇ ਵਿੱਚ ਤੁਸੀਂ ਜੇ ਟੋਟਲ ਕਾਸਟ ਆਫ ਪ੍ਰੋਜੈਕਟ ਲਗਾਓ ਤੇ ਇਟ ਕੁਡ ਬੀ ਅਬਾਊਟ ਅਪਰੋਕਸੀਮੇਟਲੀ $100 million from the start till the end, 100 to 150 million ਅੱਜ ਦੀ ਡਾਲਰ ਟਰਮਸ ਦੇ ਵਿੱਚ। ਐਂਡ ਇਟ ਕੈਨ ਓਨਲੀ ਗਰੋ ਫਰਮ ਹੀਅਰ ਔਨਵਰਡਸ ਬਿਕੋਜ਼ ਅਸੀਂ ਉਸ ਏਰੀਆ ਦੇ ਵਿੱਚ ਬੈਠੇ ਹਾਂ। ਮੈਂ ਤੁਹਾਨੂੰ ਥੋੜ੍ਹਾ ਜਿਹਾ ਇਸ ਪਾਸੇ ਵੀ ਲੈ ਕੇ ਜਾਵਾਂਗਾ ਵੇਅਰ ਐਗਜ਼ੈਕਟਲੀ ਦਿਸ ਇਜ਼ ਲੋਕੇਟਡ। ਇਹ ਤੁਸੀਂ ਸਮਝ ਲਓ ਇੰਡੀਆ ਦਾ ਪੰਜਾਬ ਹੈ ਜਿੱਥੇ ਅੱਜ ਅਸੀਂ ਬੈਠੇ ਹਾਂ। ਇਹ ਨਾਰਥ ਵੈਸਟ ਏਰੀਆ ਜਿਹੜਾ ਮੰਨਿਆ ਜਾਂਦਾ ਹੈ ਸਾਡੇ ਕੋਲ ਸਦਰਨ ਹੈਮਿਸਫੇਅਰ ਦਾ ਸਭ ਤੋਂ ਵੱਡਾ ਗੁਰਦੁਆਰਾ ਜਿਹੜਾ ਕਿ ਪਾਕਲੀ ਸਾਹਿਬ ਗੁਰਦੁਆਰਾ ਇਸੇ ਵਿਸਿਨਿਟੀ ਦੇ ਵਿੱਚ ਹੀ ਹੈਗਾ, ਨਾਟ ਮੋਰ ਦੈਨ 10 kilometers ਅਵੇ। ਵੀ ਹੈਵ ਬੀਨ ਲੈਵਰੇਜਿੰਗ ਆਫ ਦੈਟ। ਸਾਡੀ ਸਿੱਖ ਕਮਿਊਨਿਟੀ ਦਾ ਹੋਲਡ ਇੱਥੇ ਬਹੁਤ ਸਟਰੋਂਗ ਹੈ, which is why this place was chosen as well. ਇਹਦਾ ਸਟ੍ਰੈਟੇਜਿਕ ਬੈਨੀਫਿਟ ਵੀ ਸੀਗਾ ਕਿਉਂਕਿ ਇੱਥੇ ਸਿੱਖਸ ਹੈਗੇ ਹੀ ਬਹੁਤ ਜ਼ਿਆਦਾ ਨੇ, ਅਤੇ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦੇ ਪੇਰੈਂਟਸ ਬਹੁਤ ਫੁੱਲ ਟਾਈਮ ਕੰਮ ਕਰਦੇ ਨੇ, who is going to give them those Sikh values? ਅਸੀਂ ਇੰਡੀਆ ਦੇ ਵਿੱਚੋਂ ਜੇ ਦੇਖਿਆ ਜਾਏ ਤੁਹਾਡੇ ਕੋਲੋਂ ਤੁਹਾਡੇ ਗ੍ਰੈਂਡ ਪੇਰੈਂਟਸ ਹੁੰਦੇ ਨੇ ਜਾਂ ਉੱਥੇ ਕਲਚਰ ਥੋੜ੍ਹਾ ਜਿਹਾ ਇਸ ਤਰ੍ਹਾਂ ਕਿ ਮਦਰਸ ਆਰ ਯੂਜਲੀ ਦੇ ਆਰ ਦ ਹੋਮ ਮੇਕਰਸ ਐਂਡ ਹਸਬੈਂਡਸ ਗੋ ਆਊਟ ਫॉर ਵਰਕ, ਬਟ ਇੱਥੇ ਤੁਹਾਨੂੰ ਪਤਾ ਵੈਸਟ ਦੇ ਵਿੱਚ ਬੋਥ ਹੈਵ ਟੂ ਬੀ ਵਰਕਿੰਗ, ਸੋ ਕਿਡਸ ਆਰ ਗੈਟਿੰਗ ਨਿਗਲੈਕਟਿਡ। ਸੋ ਉਹ ਅਸੀਂ ਸਿੱਖ ਜਿਹੜੀ ਕਮਿਊਨਿਟੀ ਨੂੰ ਐਜ਼ ਅ ਹੱਬ ਟਰੀਟ ਕਰਕੇ ਵੀ ਵਾਂਟ ਟੂ ਮੇਕ ਸ਼ੋਰ ਕਿ ਅਸੀਂ ਉੱਥੇ ਉਹਨਾਂ ਨੂੰ ਹਰ ਉਹ ਵੈਲਿਊ ਦੇ ਸਕੀਏ। ਸੋ ਹੁਣ ਉਹ ਏਰੀਆ ਜਿਹੜਾ ਹੈਗਾ ਦੈਟ ਇਟ ਸੈਲਫ ਇਜ਼ ਗੋਇੰਗ ਟੂ ਬੀ ਜਿਵੇਂ ਕਹਿੰਦੇ ਨਾ ਸਪਰਿੰਗ ਹੋਣਾ ਉੱਥੋਂ। ਅਸੀਂ ਵੀ ਓਨਲੀ ਗੋਇੰਗ ਟੂ ਗੋ ਅਹੈਡ ਫਰੋਮ ਹੀਅਰ ਬਿਕੋਜ਼ ਹੁਣ ਫਾਈਨੈਂਸ਼ੀਅਲ ਕੰਸਟ੍ਰੇਨ ਦੀ ਜੇ ਗੱਲ ਕਰੀਏ, ਆਈ ਵਾਜ਼ ਟਾਕਿੰਗ ਅਬਾਊਟ $100 million at least we need for this dream to truly become a reality. 100 million ਦੇਖਿਆ ਜਾਏ in terms of generations to come ਜਿਹੜਾ ਇਹਦਾ ਬੈਨੀਫਿਟ ਮਿਲਣਾ, that's nothing. ਮਤਲਬ ਇੱਕ ਸਕੂਲ ਦੀ ਜੋ ਵੈਲਿਊ ਐਡੀਸ਼ਨ ਕਮਿਊਨਿਟੀ ਨੂੰ ਹੋਣੀ ਹੈ ਜਾਂ ਜੋ ਇਹਦੇ ਬੈਨੀਫਿਟ ਨੇ, ਦੈਟਸ ਨਥਿੰਗ। ਬਟ ਹਾਂ, ਇਸ ਟਾਈਮ ਉਹ ਚੈਲੰਜ ਹੈਗਾ।
ਹੁਣ ਉਹ ਅਸੀਂ ਐਂਡ ਇਟ ਹੈਜ਼ ਬੀਨ ਡਿਲੇਡ ਆਈ ਮਸਟ ਸੇ ਦੈਟ ਕਨਫੈਸ ਕਰਨਾ ਪਏਗਾ ਕਿ ਅਸੀਂ ਇਹਨੂੰ ਮੈਂ ਜਿਵੇਂ ਚੈਲੰਜਸ ਦੀ ਗੱਲ ਕੀਤੀ ਅਸੀਂ ਅੱਜ 9-10 ਸਾਲ ਹੋ ਗਏ ਵੀ ਹੈਵਨ been able to deliver what we wanted to deliver and ਉਹਦੇ 'ਚ ਇੱਕ financial constraint ਵੀ ਹੈਗਾ ਸੀਗਾ and community ਦੀ ਥੋੜੀ ਜਿਹੀ engagement ਵੀ is and thanks to you guys because ਇਹ ਸਾਡਾ medium ਇਸ ਇਹ ਸਾਨੂੰ help ਕਰੇਗਾ ਕਿ we can actually overcome these obstacles in a way ਕਿ ਅਸੀਂ ਆਪਣੇ ਆਪ ਨੂੰ ਹਰ ਤਰ੍ਹਾਂ ਤਰੀਕੇ ਨਾਲ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰ ਰਹੇ ਹਾਂ ਕਿ ਇਹ ਜਿਹੜਾ ਪ੍ਰੋਜੈਕਟ ਹੈ ਅਸੀਂ ਬਹੁਤ ਸੋਚ ਸਮਝ ਕੇ ਜਿਹੜੇ ਬੰਦੇ ਇਹਨਾਂ ਦੇ ਵਿੱਚ ਇਨਵੋਲਵ ਨੇ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਅਸੀਂ ਅੱਜ ਅਪਡੇਟ ਦੇ ਰਹੇ ਹਾਂ ਇਸ ਤੋਂ ਪਹਿਲੇ ਐਟਲੀਸਟ ਡਜ਼ਨ ਆਫ them we've done already ਅਤੇ ਜਿਹੜੇ ਬੰਦੇ ਅਸੀਂ engage ਕੀਤੇ ਨੇ ਇਹਦੇ ਵਿੱਚ ਪ੍ਰੋਜੈਕਟ ਦੇ ਵਿੱਚ they are having 30 to 50 years of experience in education industry matlab they kind of they have been principals of the schools in the past Catholic schools ਉਹਨਾਂ ਨੇ ਸਕੂਲ ਸਕ੍ਰੈਚ ਤੋਂ ਸਟਾਰਟ ਕਰਕੇ they've made them a success story ਅਸੀਂ ਉਹ ਬੰਦਿਆਂ ਨੂੰ engage ਕੀਤਾ ਹੋਇਆ ਜਿਹੜੇ ਸਿੱਖ ਵੈਲਿਊਜ਼ ਨਾਲ ਸਿੱਖੀ ਨਾਲ ਬੰਦੇ ਜੁੜੇ ਹੋਏ ਨੇ ਉਹ ਸਾਡੇ ਇਸ ਪ੍ਰੋਜੈਕਟ ਦੇ ਵਿੱਚ ਹੈਗੇ ਨੇ ਸੋ we have everything for a right reason ਬੰਦੇ ਸਾਡੇ ਕੋਲ resources ਵੀ ਹੈਗੇ ਨੇ and what we want to achieve in the next 5 years or maybe 5 to 10 years I would maximum say because ਇੱਕ ਬਹੁਤ ਲੰਬਾ ਪ੍ਰੋਜੈਕਟ ਹੈ ਉਹਦੇ benefits ਸਾਰੀ community ਨੂੰ not just in Australia because ਇੱਥੇ hostel ਵੀ ਬਣਨਾ ਹੈ ਇਹ all over overseas ਤੋਂ ਵੀ ਐਂਡ ਇੰਟਰਸਟੇਟ ਤੋਂ ਵੀ ਬੱਚੇ ਇੱਥੇ ਆ ਕੇ ਪੜ੍ਹ ਸਕਦੇ ਨੇ ਉਹਨਾਂ ਦੇ ਸਾਰਿਆਂ ਵਾਸਤੇ ਇੱਕ ਐਸੀ ਜਗ੍ਹਾ ਬਣੇਗੀ ਜਿਹੜੀ ਕਿ intellectually academic excellence ਦੇ ਵਿੱਚ ਵੀ it will be up there and it will also provide the Sikh values as well to the students ਫਿਰ ਉਹਨਾਂ ਕਵਰਦੀਪ ਜੀ ਜਿਸ ਤਰ੍ਹਾਂ ਇਸ ਨੌਜਵਾਨ ਨੇ ਦੱਸਿਆ ਕਿ ਇਹ ਜਿਹੜਾ ਸਕੂਲ ਆ ਸਿੱਖ ਗ੍ਰਾਮਰ ਸਕੂਲ ਇਹ ਆਪਣੀ ਮਿਸਾਲ ਪਿਆਰੇ ਦਰਸ਼ਕੋ ਆਪ ਹੋਊਗਾ ਐਡਾ ਵੱਡਾ ਇਹ ਬੰਦੋਬਸਤ ਕਰ ਰਿਹਾ ਖਾਸ ਕਰਕੇ ਸਕੂਲ ਤੇ ਵੜਿਆ ਪਰ ਜਿਹੜਾ ਗੁਰਮਤ ਦੇ ਨਾਲ ਜੋੜਨਾ ਵਾ ਉਹ ਵੀ ਬੜਾ ਜ਼ਰੂਰੀ ਆ ਮੈਂ ਫਿਰ ਆਉਣਾ ਵਾ ਅਮਨਦੀਪ ਵਾਲੇ ਅਮਨਦੀਪ ਜੀ ਜਿਸ ਤਰ੍ਹਾਂ ਇਹ ਸਕੂਲ ਆ ਤੁਸੀਂ ਪਹਿਲੀ ਕਲਾਸ ਤੋਂ ਸ਼ੁਰੂ ਕਰਕੇ ਅਤੇ 10+2 ਤਾਈਂ ਇਹਦੇ ਬਾਰੇ ਦੱਸੋ ਕਿ ਕੀ ਇਹ ਸਕੂਲ ਦੇ ਵਿੱਚ ਸਟੇਜਾਂ ਵਾ ਪ੍ਰਾਇਮਰੀ ਆ ਜਾਂ ਜੋ ਮਿਡਲ ਆ ਹਾਈ ਆ 10+2 ਆ ਇਹਦੇ ਬਾਰੇ ਤੁਸੀਂ ਕੀ ਜਾਣਕਾਰੀ ਦਿਓਗੇ ਸਕੂਲ ਦੇ ਵਿੱਚ ਕਿੰਡਰਗਾਰਟਨ ਤੋਂ ਲੈ ਕੇ +2 ਤੱਕ ਦੀਆਂ ਕਲਾਸਿਸ ਹੋਣਗੀਆਂ ਹੌਲੀ ਹੌਲੀ ਓਬਵੀਅਸਲੀ ਸ਼ੁਰੂਆਤ ਹੋਏਗੀ ਪਹਿਲਾਂ ਕਿੰਡਰਗਾਰਟਨ ਤੋਂ ਲੈ ਕੇ 6ਵੀਂ ਤੱਕ ਦੀ ਕਲਾਸਾਂ ਹੋਣਗੀਆਂ ਫਿਰ 7ਵੀਂ ਤੋਂ ਲੈ ਕੇ 12ਵੀਂ ਤੱਕ ਦੀਆਂ ਗ੍ਰੈਜੂਅਲੀ ਅਸੀਂ ਇਨਕਰੀਜ਼ ਕਰਾਂਗੇ ਅਤੇ ਗੱਲ ਹੈ ਕਿ ਇਸ ਸਕੂਲ ਦੇ ਵਿੱਚ ਹਰ ਤਰ੍ਹਾਂ ਦੀ ਮਾਡਰਨ ਫੈਸਿਲਿਟੀਜ਼ ਹੋਣਗੀਆਂ ਔਰ ਇਹਦੇ ਵਿੱਚ ਹਰ ਇੱਕ ਧਰਮ ਦਾ ਜਿਹੜਾ ਵਾ ਬੱਚਾ ਪੜ੍ਹ ਸਕੂ ਹਾਂਜੀ ਕਿਸੇ ਨੂੰ ਕੋਈ ਨਹੀਂ ਹੈ ਬਿਕਾਜ਼ ਸਾਡੇ ਬੱਚੇ ਸਿਰਫ ਅਸੀਂ ਸਿੱਖੀ ਨਾਲ ਜੋੜਨਾ ਚਾਹੁੰਦੇ ਬਿਕਾਜ਼ ਅਸੀਂ ਸਾਰੀ ਹਰ ਚੀਜ਼ ਦੇ ਵਿੱਚ ਬੱਚੇ ਨੂੰ ਇੰਨਾ ਕੈਪੇਬਲ ਬਣਾਉਣਾ ਚਾਹੁੰਦੇ ਹਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਜਾ ਕੇ ਉਹ ਸਕਸੈਸ ਹਾਸਿਲ ਕਰ ਸਕੇ ਸਾਡੇ ਸਤਿਗੁਰਾਂ ਨੇ ਵੀ ਇਹ ਕਿਹਾ ਵਾ ਕਿ ਹਰ ਇੱਕ ਧਰਮ ਬਾਰੇ ਜਿਹੜੀ ਉਹ ਸਟੱਡੀ ਕਰਨੀ ਜ਼ਰੂਰੀ ਆ ਜਨਰਲ ਨੌਲੇਜ ਸਾਨੂੰ ਜਿਹੜੀ ਆ ਹੋਣੀ ਚਾਹੀਦੀ ਆ ਸੋ ਇਹ ਬੜਾ ਵੱਡਾ ਉਪਰਾਲਾ ਵਾ ਜੋ ਤੁਸੀਂ ਇੱਥੇ ਕਰ ਰਹੇ ਹੋ ਹਾਂਜੀ ਓਬਵੀਅਸਲੀ ਹਿਸਟਰੀ ਦੇ ਵਿੱਚ ਬੱਚਾ ਹਰ ਕੁਝ ਸਭ ਕੁਝ ਪੜ੍ਹੇਗਾ ਜਦੋਂ ਪੰਜਾਬੀ ਦਾ ਪੜ੍ਹੇਗਾ ਤਾਂ ਆਪਣੇ ਸਿੱਖ ਇਤਿਹਾਸ ਨਾਲ ਵੀ ਜੁੜੇਗਾ ਬਿਕਾਜ਼ ਇੱਥੇ ਹਰ ਇੱਕ ਸਕੂਲ ਦੇ ਵਿੱਚ ਤੁਸੀਂ ਹਰ ਤਰ੍ਹਾਂ ਦੀ ਨੌਲੇਜ ਗੇਨ ਕਰ ਸਕਦੇ ਹੋ ਬਟ ਅਗਰ ਆਪਣੇ ਕਲਚਰ ਬਾਰੇ ਵੀ ਗੇਨ ਕਰਨੀ ਹੈ ਤਾਂ ਉਹਦੇ ਵਾਸਤੇ ਸਾਨੂੰ ਓਬਵੀਅਸਲੀ ਪੰਜਾਬੀ ਮੀਡੀਅਮ ਉਹਦੇ ਰਿਗਾਰਡਿੰਗ ਉਹਦੀ ਹਿਸਟਰੀ ਜਾਣਨਾ ਹਰ ਚੀਜ਼ ਦੇ ਬਾਰੇ ਪਤਾ ਹੋਣਾ ਚਾਹੀਦਾ ਆ ਅਤੇ ਉਸ ਚੀਜ਼ ਦੇ ਲਈ ਸਕੂਲ ਤੁਹਾਨੂੰ ਸਾਡੇ ਬੱਚਿਆਂ ਨੂੰ ਉਸ ਚੀਜ਼ ਨਾਲ ਜੋੜੇਗਾ ਅਤੇ ਆਈ ਥਿੰਕ ਇਹ ਚੀਜ਼ ਵੀ ਇੰਪੋਰਟੈਂਟ ਹੈ ਪਰ ਇਹਦੇ ਨਾਲ ਹੋਰ ਫੈਸਿਲਿਟੀਜ਼ ਵੀ ਇੰਪੋਰਟੈਂਟ ਨੇ ਲਾਈਕ ਫੋਰ ਐਗਜ਼ਾਮਪਲ ਕਿ ਇੱਥੇ ਮਾਡਰਨ ਟੈਕਨੋਲੋਜੀਜ਼ ਯੂਜ਼ ਕੀਤੀਆਂ ਜਾਣਗੀਆਂ ਸਕਰੀਨਸ TV ਸਕਰੀਨਸ ਹੋ ਗਈਆਂ ਹੋਰ ਚੀਜ਼ਾਂ ਨੇ ਜਿਹੜੀਆਂ ਕਿ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਬਹੁਤ ਹੈਲਪ ਕਰਨਗੀਆਂ ਸੋ ਬੱਚਿਆਂ ਦੇ ਲਈ ਇੱਧਰ ਹੋਸਟਲਸ ਹੋਣਗੇ ਉਹਨਾਂ ਦੀ ਬਜ਼ੁਰਗਾਂ ਦੀ ਦੇਖਭਾਲ ਦੇ ਲਈ ਅਸੀਂ ਉਹਨਾਂ ਦੀ ਕੇਅਰ ਵਾਸਤੇ ਵੀ ਬਣਾਵਾਂਗੇ ਟੀਚਰਸ ਨੂੰ ਅੱਛੀ ਟੀਚਿੰਗ ਸਕਿੱਲਸ ਦੇਣ ਲਈ ਅਸੀਂ ਉਹਨਾਂ ਨੂੰ ਵੀ ਐਜੂਕੇਸ਼ਨ ਦੇਵਾਂਗੇ ਸੋ ਧਾਰਮਿਕ ਅਧਿਆਪਕਾਂ ਲਈ ਸਿਖਲਾਈ ਵੀ ਦਿੱਤੀ ਜਾਏਗੀ ਫਿਰ ਜਿਮਨੈਜ਼ੀਅਮ ਹੋਏਗਾ ਖੇਡਾਂ ਦੀਆਂ ਹਰ ਤਰ੍ਹਾਂ ਦੀਆਂ ਸਹੂਲਤਾਂ ਹੋਣਗੀਆਂ ਸੋ ਸਾਡਾ ਜੋ ਵਿਜ਼ਨ ਹੈਗਾ ਆ ਸਕੂਲ ਦਾ ਉਹ ਬਹੁਤ ਵੱਡਾ ਆ ਸੋ ਜਿਹੜਾ ਕਿ ਆਉਣ ਵਾਲੇ ਸਾਲਾਂ ਵਿੱਚ ਹੌਲੀ ਹੌਲੀ ਕਰਕੇ ਕਵਰ ਹੋਏਗਾ ਸੋ ਸਭ ਤੋਂ ਪਹਿਲਾਂ ਬਟ ਸਾਡਾ ਜੋ ਮੋਟਿਵ ਹੈਗਾ ਆ ਉਹ ਅਸੀਂ ਚਾਈਲਡ ਕੇਅਰ ਅਤੇ ਪ੍ਰਾਇਮਰੀ ਸ਼ੁਰੂਆਤ ਕਰਨਾ ਚਾਹੁੰਦੇ ਹਾਂ ਤਾਂ ਕਿ ਸਕੂਲ ਇਸ ਤੋਂ ਚੀਜ਼ ਤੋਂ ਸ਼ੁਰੂਆਤ ਸ਼ੁਰੂ ਹੋ ਸਕੇ ਜਿਸ ਤਰ੍ਹਾਂ ਅਮਨਦੀਪ ਜੀ ਉਹਨਾਂ ਨੇ ਦੱਸਿਆ ਕਿ ਕਿੰਨਾ ਵੱਡਾ ਜਿਹੜਾ ਇਹਦਾ ਉਪਰਾਲਾ ਹੈ ਇੱਥੇ ਦੇ ਜਿਹੜੇ ਮੈਨੇਜਮੈਂਟ ਹੈ ਜਾਂ ਉਹਨੂੰ ਇੱਥੇ ਦੇ ਨਿਸ਼ਕਾਮ ਸੇਵਾਦਾਰ ਕਹਿ ਲਈਏ ਕਿੱਡੀ ਉੱਚੀ ਅਤੇ ਸੁੱਚੀ ਸੋਚ ਹੈ ਔਰ ਭਾਈ ਸਾਹਿਬ ਦੱਸ ਰਹੇ ਸੀਗੇ ਕਿ ਜਿਸ ਤਰ੍ਹਾਂ ਕਿ UK ਦੇ ਵਿੱਚ ਜਦੋਂ ਆਪਾਂ ਲੈਂਡ ਖਰੀਦਦੇ ਹਾਂ ਜਾਂ ਆਪਣੀ ਬਿਲਡਿੰਗ ਦੇ ਵਾਸਤੇ
ਤਕਰੀਬਨ 95% ਜਿਹੜੀ ਆ ਉੱਥੇ ਦੀ ਗੌਰਮੈਂਟ ਪਿਆਰੇ ਦਰਸ਼ਕੋ ਹੈਲਪ ਕਰਦੀ ਆ। ਪਰ ਇਹ ਇੱਕ ਪ੍ਰਾਈਵੇਟ ਸਕੂਲ ਜਿਹੜਾ ਇੱਥੇ ਨਹੀਂ ਇਹ ਗੌਰਮੈਂਟ ਇੰਨੀ ਹੈਲਪ ਕਰਦੀ। ਇੱਥੇ ਲੈਂਡ ਵੀ ਆਪ ਖਰੀਦਣੀ ਔਰ ਜਿਹੜੀ ਬਿਲਡਿੰਗ ਦਾ ਸਾਰਾ ਖਰਚਾ ਉਹ ਵੀ ਆਪ। ਔਰ ਕੰਵਰਜੀਤ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਬਿਲਡਿੰਗ ਜਿਹੜੀ ਆ ਲੈਂਡ ਆਪ ਖਰੀਦੀ ਆ ਔਰ ਬਿਲਡਿੰਗ ਦਾ ਵੀ ਸਾਰਾ ਇੰਨਾ ਖਰਚਾ ਕਰਨਾ ਵਾ, ਅਤੇ ਬਾਅਦ ਦੇ ਵਿੱਚ ਤੁਹਾਡੀ ਹੈਲਪ ਜਿਹੜੀ ਗੌਰਮੈਂਟ ਨੇ ਕਿੱਥੇ ਜਾ ਕੇ ਕਰਨੀ ਆ? ਹਾਂਜੀ, ਇੱਥੇ ਜਿਵੇਂ ਤੁਸੀਂ ਥੋੜ੍ਹਾ ਜਿਹਾ ਟੱਚ ਕੀਤਾ, ਆਸਟ੍ਰੇਲੀਆ ਦੇ ਵਿੱਚ ਇੱਕ ਰੂਲ ਹੈਗਾ ਬੇਸਿਕਲੀ ਕਿ ਜਿਹੜੀ ਪਹਿਲੀ ਬਿਲਡਿੰਗ ਹੈ ਉਹ ਕਮਿਊਨਿਟੀ ਨੂੰ ਜਾਂ ਕਿਸੇ ਜਿਹੜੀ ਆਮ ਇੱਥੇ ਸੁਸਾਇਟੀ ਉਹਨਾਂ ਨੂੰ ਆਪਣੇ ਵੱਲੋਂ ਆਪਣੇ ਫੰਡਸ ਦੇ ਥਰੂ ਹੀ ਬਣਾਉਣੀ ਪੈਂਦੀ ਹੈ। ਉਸ ਤੋਂ ਬਾਅਦ ਜਿਹੜੀ ਹੈ ਸਟੇਟ ਗਵਰਨਮੈਂਟ ਅਤੇ ਫੈਡਰਲ ਗਵਰਨਮੈਂਟ ਹੈ ਉਹ ਪਿਚ ਇਨ ਕਰਦੀ ਹੈ ਐਂਡ ਦੇ ਟਰਾਈ ਟੂ ਹੈਲਪ ਵਿਦ ਅਦਰ ਬਿਲਡਿੰਗਸ ਐਜ਼ ਸੱਚ। ਉਹਨਾਂ ਦੀਆਂ ਗ੍ਰਾਂਟਸ ਆਉਣੀਆਂ ਸ਼ੁਰੂ ਹੁੰਦੀਆਂ, ਬਟ ਦ ਫਰਸਟ ਬਿਲਡਿੰਗ ਇਜ਼ ਦ ਕੀ, ਜਿਹੜਾ ਕਿ ਸਾਡਾ ਅੱਜ ਦਾ ਜਿਹੜਾ ਪ੍ਰਾਇਮਰੀ ਮੋਟਿਵ ਹੈ ਇਹ ਕਿ ਆ ਫਰਸਟ ਬਿਲਡਿੰਗ ਗੈਟਸ ਇਨ ਟੂ ਇਟਸ ਪਲੇਟਸ ਐਜ਼ ਸੂਨ ਐਜ਼ ਪੋਸੀਬਲ। ਉਹਦੇ ਵਾਸਤੇ ਅਸੀਂ ਜਿਹੜੀ ਲੈਂਡ ਲਈ ਸੀਗੀ ਇਹਦੀ ਵੀ ਥੋੜ੍ਹੀ ਹਿਸਟਰੀ ਹੈਗੀ ਹੈ ਕਿ ਮਤਲਬ ਮੈਂ ਤਾਂ ਇਹੀ ਕਹਾਂ ਕਿ ਵਾਹਿਗੁਰੂ ਦੀ ਕਿਰਪਾ ਹੈ ਕਿ ਜੋ ਹੁਣ ਤੱਕ ਅਸੀਂ ਅੱਜ 10 ਏਕੜ ਦੀ ਜ਼ਮੀਨ ਦੇ ਉੱਤੇ ਬੈਠੇ ਹਾਂ, ਇਹ ਜੋ ਇਹਦੀ ਹਿਸਟਰੀ ਜਾਂ ਉਹਦੀ ਸਟੋਰੀ ਜੇ ਤੁਸੀਂ ਸੁਣੋ ਤਾਂ ਤੁਹਾਨੂੰ ਲੱਗੇਗਾ ਕਿ ਪਰਮਾਤਮਾ ਕਿਵੇਂ ਅੰਗ ਸੰਗ ਸਾਡੇ ਹੋ ਕੇ ਵਰਤਿਆ ਅਤੇ ਸਾਨੂੰ ਕਿੰਨੀ ਸੇਧ ਮਿਲੀ ਹੈ ਕਿ ਅਸੀਂ ਇਹ ਸੁਪਨੇ ਨੂੰ ਸਾਕਾਰ ਕਰ ਸਕਦੇ ਹਾਂ। ਬੇਸਿਕਲੀ ਇਹ ਪਹਿਲੇ ਸਟਾਰਟਿੰਗ ਦੇ ਵਿੱਚ 10 ਏਕੜ ਨਹੀਂ ਸੀ, ਇਹ 5 ਏਕੜ ਦੀ ਹੋਈ ਜ਼ਮੀਨ ਸੀਗੀ। ਸਰਕਮਸਟੈਂਸਿਸ ਐਵੇਂ ਦੇ ਕੁਝ ਬਣੇ ਅਤੇ ਅਸੀਂ ਅੱਜ ਉਨੇ ਪੈਸਿਆਂ ਦੇ ਵਿੱਚ ਹੀ ਅੱਜ ਉਹ 10 ਏਕੜ ਦੀ ਜ਼ਮੀਨ ਦੇ ਉੱਤੇ ਬੈਠੇ ਹਾਂ। ਔਰ ਤੁਸੀਂ ਦੇਖੋ, ਜਦੋਂ ਅਸੀਂ ਇਹ ਜ਼ਮੀਨ ਲਈ ਹੈ ਉਸ ਤੋਂ ਬਾਅਦ ਜੋ ਇੱਥੇ ਜ਼ੋਨਿੰਗ ਜਾਂ ਜੋ ਰੇਲਵੇ ਸਟੇਸ਼ਨ, ਇਹ ਐਸੀ ਜਗ੍ਹਾ ਬਣ ਜਾਣੀ ਹੈ ਕਿ ਦਿਸ ਇਜ਼ ਅ ਗੋਲਡ ਮਾਈਨ। ਜਿੱਥੇ ਅੱਜ ਅਸੀਂ ਬੈਠੇ ਹਾਂ, ਦਿਸ ਇਜ਼ ਗੋਇੰਗ ਟੂ ਗਰੋ ਬਾਈ ਲੀਪਸ ਐਂਡ ਬਾਊਂਡਸ ਇਨ ਦ ਫਿਊਚਰ। ਸੋ ਇਹ ਜਿਹੜੀ ਐਂਡ ਸਾਰੀ ਦੀ ਸਾਰੀ ਜਿਹੜੀ ਸਪੋਰਟ ਹੈ ਦੈਟ ਹੈਜ਼ ਕਮ ਮੇਨਲੀ ਫਰੋਮ ਦ ਕਮਿਊਨਿਟੀ ਇਟਸੈਲਫ। ਅਤੇ ਇਹ ਜੇ ਅਸੀਂ ਮਤਲਬ ਅਸੀਂ ਗੁਰਦੁਆਰਾ ਸਾਹਿਬ ਇੱਥੇ ਲਿਆ ਕੇ ਆ ਰਹੇ ਹਾਂ, ਇੱਕ ਗੁਰਦੁਆਰੇ ਦਾ ਇੱਕ ਫੰਕਸ਼ਨ ਇੱਕ ਹੁੰਦਾ ਹੈ ਕਿ ਉਹਨਾਂ ਨੇ ਉੱਥੇ ਕੀਰਤਨ ਹੋਣਾ ਹੈ, ਉੱਥੇ ਗੁਰੂ ਸਾਹਿਬ ਨੂੰ ਦਰਸ਼ਨ ਲੋਕ ਕਰਦੇ ਨੇ, ਆ ਕੇ ਲੰਗਰ ਛਕਦੇ ਨੇ। ਉਹ ਇੱਕ ਨੈਰੋ ਵਿਊ ਹੈ ਕਿ ਬਟ ਅਸੀਂ ਗੁਰਦੁਆਰੇ ਸਾਹਿਬ ਦੇ ਨਾਲ ਇੱਕ ਸਕੂਲ ਵੀ ਬਹੁਤ ਜ਼ਰੂਰੀ ਹੈ, ਉਹਦਾ ਸੈਕੰਡਰੀ ਪਰਪਸ ਹੋਏਗਾ। ਬਟ ਗੁਰਦੁਆਰਾ ਸਾਹਿਬ ਇਸ ਵਾਸਤੇ ਵੀ ਜ਼ਰੂਰੀ ਹੈ ਇੱਥੇ ਬਿਕੋਜ਼ ਇਹ ਕਮਿਊਨਿਟੀ, ਜਿਵੇਂ ਮੈਂ ਕਿਹਾ ਕਿ ਇੱਥੋਂ 10 ਕਿਲੋਮੀਟਰ ਦੀ ਦੂਰ 'ਤੇ ਗੁਰਦੁਆਰਾ ਹੈਗਾ ਇੱਕ, ਅਤੇ ਬਟ ਜਿਹੜੀ ਇੱਥੇ ਕਮਿਊਨਿਟੀ ਇੰਨੀ ਜ਼ਿਆਦਾ ਸਿੱਖ ਕਮਿਊਨਿਟੀ ਜਾਂ ਇੰਡੀਅਨਸ ਵੀ ਕਹਿ ਸਕਦੇ ਹਾਂ ਆਪਾਂ, ਕਿਉਂਕਿ ਇੱਥੇ ਇੰਡੀਅਨਸ ਵੀ ਬਹੁਤ ਨੇ ਜਾਂ ਸਾਊਥ ਈਸਟ ਏਸ਼ੀਆ ਦੇ ਲੋਕ ਬਹੁਤ ਨੇ, ਅਤੇ ਸਭ ਨੂੰ ਇੱਕ ਪਲੇਸ ਆਫ ਵਰਸ਼ਿਪ ਵੀ ਰਿਕੁਆਇਰਡ ਹੈ। ਉਹਦੇ ਕਰਕੇ ਇਹ ਗੁਰਦੁਆਰਾ ਸਾਹਿਬ ਹੋਏਗਾ। ਅਤੇ ਜਿਵੇਂ ਤੁਸੀਂ ਪੁੱਛ ਰਹੇ ਹੋ ਕਿ ਮਤਲਬ ਇਹ ਕਿਵੇਂ ਹੋਏਗਾ ਬਿਲਡਿੰਗ ਦਾ, ਅਤੇ ਇਹ ਸਾਰਾ ਕੁਛ ਤੁਹਾਡੀਆਂ ਡੋਨੇਸ਼ਨਸ ਦੇ ਥਰੂ ਹੀ ਹੋ ਰਿਹਾ। ਦਿਸ ਇਜ਼ ਨੋਟ ਫॉर ਪ੍ਰੋਫਿਟ ਚੈਰੀਟੇਬਲ ਆਰਗੇਨਾਈਜੇਸ਼ਨ। ਇਹ ਸਟੇਟਸ ਜਿਹੜਾ ਹੈਗਾ ਸਾਨੂੰ ਗਵਰਨਮੈਂਟ ਨੇ ਦਿੱਤਾ ਹੋਇਆ। all your donations are tax deductible। ਸਾਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ, ਸੰਗਤ ਦੇ ਸਹਿਯੋਗ ਨਾਲ ਹਰ ਸਾਲ ਕਾਫੀ ਮਾਇਆ ਇਕੱਠੀ ਹੋ ਰਹੀ ਹੈ, ਬਟ ਸਾਨੂੰ ਹਜੇ ਹੋਰ ਵੀ ਸਹਿਯੋਗ ਦੀ ਜ਼ਰੂਰਤ ਹੈ। ਸੋ ਕਿਉਂਕਿ ਤੁਹਾਨੂੰ ਮੈਂ ਜਿਵੇਂ ਦੱਸਿਆ ਇਹ ਪ੍ਰੋਜੈਕਟ ਬਹੁਤ ਐਂਬੀਸ਼ੀਅਸ ਹੈ। 10 ਏਕੜ ਦੀ ਜ਼ਮੀਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਏਰੀਆ ਹੁੰਦਾ ਹੈ। ਇਹਦੇ ਵਿੱਚ ਤੁਸੀਂ ਹਾਈ ਸਕੂਲ ਤੱਕ ਜਾ ਸਕਦੇ ਹੋ। ਤਾਂ ਹੀ ਸਾਡਾ ਪਲਾਨ ਸੀਗਾ ਕਿ ਅਸੀਂ ਸ਼ੁਰੂ ਤੋਂ ਹੀ ਅੱਛੀ ਕਾਫੀ ਵੱਡੀ ਜਗ੍ਹਾ ਹੋਏ ਜਿੱਥੇ ਸਭ ਕੁਝ ਬਣ ਸਕੇ। ਅਤੇ ਹੁਣ ਫਿਊਚਰ ਦੇ ਵਿੱਚ ਇਹ ਸੁਪਨਾ ਸਾਕਾਰ ਇੱਕ ਤਾਂ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਹੋਣਾ ਅਤੇ ਦੂਜਾ ਸੰਗਤ ਦੇ ਸਹਿਯੋਗ ਦੇ ਨਾਲ ਹੀ ਹੋਣਾ। ਬੜੀ ਵਧੀਆ ਗੱਲ ਕੀਤੀ ਆ ਕਿ ਸੰਗਤਾਂ ਦੇ ਵਿੱਚ ਰੱਬ ਵਸਦਾ ਵਾ ਅਤੇ ਪਰਮੇਸ਼ਰ ਕਿਰਪਾ ਕਰਦਾ ਵਾ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਪਿਆਰੇ ਦਰਸ਼ਕੋ, ਬੜਾ ਵੱਡਾ ਉਪਰਾਲਾ ਹੈ। ਇਸ ਸਕੂਲ ਦੇ ਵਿੱਚ ਛੋਟੇ ਬੱਚਿਆਂ ਦੀ ਮੁੱਢਲੀ ਸੰਭਾਲ ਅਤੇ ਪ੍ਰੀ ਸਕੂਲ ਹੋਣਾ ਵਾ। ਸੈਕੰਡਰੀ ਸਕੂਲ 7ਵੀਂ ਤੋਂ 12ਵੀਂ ਜਮਾਤ ਤੱਕ ਨਿਊ ਸਾਊਥ ਵੇਲਜ਼ ਦੇ ਸਿੱਖਿਆ ਵਿਭਾਗ ਜੋ ਸਿਲੇਬਸ ਅਨੁਸਾਰ ਹੋਣਗੇ। ਬੱਚਿਆਂ ਦੇ ਰਹਿਣ ਸਹਿਣ ਲਈ ਹੋਸਟਲ ਹੋਣਗੇ। ਬਜ਼ੁਰਗਾਂ ਦੀ ਦੇਖਭਾਲ ਲਈ ਬਿਰਧ ਆਸ਼ਰਮ ਦੀ ਜਿਹੜੀ ਆ ਉਹ ਵੀ ਸਾਰੀ ਇੱਕ ਬੜਾ ਵੱਡਾ ਉਪਰਾਲਾ ਵਾ, ਕਿਉਂਕਿ ਜਿਨ੍ਹਾਂ ਨੇ ਸਾਰੀ ਉਮਰ ਕਮਾਈ ਕੀਤੀ ਹੁੰਦੀ ਹੈ, 7 ਸਮੁੰਦਰਾਂ ਤੋਂ ਪਾਰ ਆਏ ਹੁੰਦੇ ਆ, ਆਪਣੀ ਔਲਾਦ ਨੂੰ ਪੜ੍ਹਾਇਆ ਹੁੰਦਾ। ਦੁੱਖ ਇਹ ਗੱਲ ਦਾ ਵਾ ਕਿ ਇਹਨਾਂ ਦੇਸ਼ਾਂ ਦੇ ਵਿੱਚ ਆਣ ਕੇ ਉਹ ਬਜ਼ੁਰਗ ਜਿਨ੍ਹਾਂ ਨੇ ਭੁੱਖੇ ਰਹਿ ਕੇ ਆਪਣੀ ਔਲਾਦ ਨੂੰ ਪਾਲਿਆ ਹੁੰਦਾ, ਉਹਨਾਂ ਨੂੰ ਮੁੜ ਕੇ ਘਰਾਂ ਤੋਂ ਧੱਕਾ ਦਿੱਤਾ ਜਾਂਦਾ ਵਾ। ਇਹ ਬੜੀ ਇੱਕ ਦੁੱਖ ਵਾਲੀ ਗੱਲ ਆ। ਅਤੇ ਉਹਨਾਂ ਬਜ਼ੁਰਗਾਂ ਦੀ ਦੇਖਭਾਲ ਲਈ ਵੀ ਇੱਥੇ ਬਿਰਧ ਆਸ਼ਰਮ ਜਿਹੜਾ ਉਹ ਬਣਨਾ ਵਾ। ਧਾਰਮਿਕ ਅਧਿਆਪਕਾਂ ਦੀ ਸਿਖਲਾਈ ਲਈ ਵੀ ਟ੍ਰੇਨਿੰਗ ਕਾਲਜ ਬਣਨੇ ਆ। ਜਿਸ ਤਰ੍ਹਾਂ ਪਿਆਰੇ ਦਰਸ਼ਕੋ, ਯਹੂਦੀ ਕੌਮ ਵਰਲਡ ਦੇ ਵਿੱਚ ਬੜੀ ਅੱਗੇ ਗਈ ਆ, ਉਹਦੇ ਕਾਰਨ ਵੀ ਤੁਸੀਂ ਦੱਸੋ ਆਪਣੇ ਕੰਵਰਦੀਪ ਸਿੰਘ ਜੀ, ਕਾਰਨ ਕੀ ਸੀ? ਇਹੀ ਜਿਹੜਾ ਆਪਾਂ ਆਂਦੇ ਆ ਦੇਰ ਆਏ ਦਰੁਸਤ ਆਏ, ਇਹ ਚੀਜ਼ ਨੂੰ ਉਹਨਾਂ ਨੇ ਬੜੇ ਚਿਰਾਂ ਤੋਂ ਫਾਲੋ ਕੀਤਾ ਸੀ ਸਟੱਡੀ ਨੂੰ। ਅਤੇ ਸਟੱਡੀ ਜਿਹੜੀ ਆ, ਵਿਦਿਆ ਜਿਹੜੀ ਉਹ ਤੀਜੀ ਆਖਿਆ ਇਨਸਾਨ ਦੀ, ਇਸੇ ਕਰਕੇ ਯਹੂਦੀ ਜਿਹੜੇ ਆ ਅੱਗੇ ਆ। ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਹਾਂਜੀ ਜੇ ਮੈਂ ਆਪਣੇ ਆਪ ਨੂੰ ਕਿ ਦੁਨੀਆ ਦੇ ਵਿੱਚ ਜੇ ਕੋਈ ਕਮਿਊਨਿਟੀ ਹੈਗੀ ਹੈ ਜਿਹੜੀ ਕਿ ਸਿੱਖਾਂ ਦੀ ਬਿਲਕੁਲ ਮੇਲ ਖਾਂਦੀ ਕਮਿਊਨਿਟੀ ਹੈ ਕਾਫੀ ਆਸਪੈਕਟਸ ਤੋਂ, ਉਹ ਇੱਕ ਕਮਿਊਨਿਟੀ ਹੈ ਜਿਹੜੀ ਕਿ ਜਿਊਜ਼ ਨੇ। ਮੈਂ ਤਾਂ ਮਤਲਬ ਨੰਬਰ ਆਫ Jews in the world are almost the same as Sikhs, also in Australian context as well, ਇਹਨਾਂ ਦੀ population almost same ਹੈ। ਤੇ ਜਿਵੇਂ ਕਿ ਕ੍ਰਿਸਚਨਸ ਨਾਲ ਜਾਂ ਜੋ ਹਿਟਲਰ ਨੇ ਜੋ ਜਿਊਜ਼ ਨਾਲ ਕੀਤਾ ਹੋਲੋਕਾਸਟ ਦੇ ਟਾਈਮ ਦੇ ਵਿੱਚ ਜੋ ਹੋਇਆ, ਉਹ ਸਿੱਖਾਂ ਦੇ ਨਾਲ ਵੀ ਜੈਨੋਸਾਈਡਸ ਹੋਈਆਂ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਇਹਦੇ ਵਿੱਚ ਸਿੱਖਾਂ ਨੂੰ ਉਸੇ ਤਰ੍ਹਾਂ ਹੀ ਸਫਰ ਕਰਨਾ ਪਿਆ। ਬਟ ਜੋ ਜਿਊਜ਼ ਨੇ ਉਹਦੇ ਤੋਂ ਸਿੱਖਿਆ ਲਈ, ਅਤੇ ਜੋ ਜਿਵੇਂ ਜਿਊਜ਼ ਆਪਣੀਆਂ ਐਸ਼ਜ਼ ਤੋਂ ਵਾਪਸ ਰੀਬਿਲਡ ਹੋ ਕੇ ਉਹ ਅੱਜ ਇੱਥੇ ਇਸ ਦੁਨੀਆ 'ਤੇ ਪਹੁੰਚ ਗਏ ਨੇ ਕਿ US ਦੇ ਵਿੱਚ ਜਿਹੜੀ ਸਟਾਕ ਐਕਸਚੇਂਜ ਦੀ ਪੂਰੀ ਉਹਨਾਂ ਦੇ ਹੱਥ ਦੇ ਵਿੱਚ ਹੈ। ਵਰਲਡ ਦੀਆਂ ਟੌਪ ਮੋਸਟ ਆਰਗੇਨਾਈਜੇਸ਼ਨਸ ਦੇ ਜਿਹੜੇ ਲੀਡਰਸ ਨੇ ਜਾਂ ਕਿਉਂਕਿ ਉਹਨਾਂ ਨੇ ਇਹ ਸੋਚਿਆ ਔਰ ਉਹ ਕਿਵੇਂ ਪਹੁੰਚੇ ਨੇ ਉੱਥੇ, ਐਂਡ ਦੈਟ ਵਾਜ਼ ਜਸਟ ਐਜੂਕੇਸ਼ਨ। ਉਹਨਾਂ ਨੂੰ ਇਹ ਸੀਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਈਏ ਲਿਖਾਈਏ, ਬੈਸਟ ਐਜੂਕੇਸ਼ਨ ਦਈਏ ਤਾਂ ਕਿ ਉਹ ਇਹਨਾਂ ਨਾਲ ਕੰਪੀਟ ਕਰ ਸਕਣ। ਉਹਨਾਂ ਨੇ ਆਪਣੇ ਪਿਛੋਕੜ ਤੋਂ ਸਿੱਖਿਆ ਲਈ ਕਿ ਜੇ ਸਟਰੈਂਥ ਕਿਹਦੇ ਵਿੱਚ ਹੈ, ਨੌਲੇਜ ਇਜ਼ ਪਾਵਰ, ਨੌਲੇਜ ਹੀ ਸਾਰਾ ਕੁਛ ਹੈ ਅੱਜ ਦੀ ਯੁੱਗ ਦੇ ਵਿੱਚ। ਉਹ ਜ਼ਮਾਨੇ ਹੁਣ ਚਲੇ ਗਏ ਜਦੋਂ ਲੋਕ ਫਿਜ਼ੀਕਲ ਸਟਰੈਂਥ ਜਾਂ ਉਸ ਤਰ੍ਹਾਂ ਮਤਲਬ ਬਹੁਤ ਲੜਾਈਆਂ ਤਾਂ ਹੁਣ ਹੁੰਦੀਆਂ ਨਹੀਂ ਜਿਹੜੀਆਂ ਵਾਰਸ ਪਹਿਲੇ ਹੁੰਦੀਆਂ ਸੀ। ਹੁਣ ਦਿਮਾਗ ਦੀ ਲੜਾਈ ਹੈ, ਹੁਣ ਸਾਰਾ ਕੁਛ ਦਿਮਾਗ ਦੇ ਸਿਰ 'ਤੇ ਚੱਲਦਾ ਹੈ, ਕਿੰਨੀ ਤੁਹਾਨੂੰ ਨੌਲੇਜ ਹੈ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਇੱਕ ਛੋਟੀ ਜਿਹੀ ਜਗ੍ਹਾ ਇਜ਼ਰਾਈਲ ਦੇ ਵਿੱਚ ਲਈ, ਸਾਰਾ NRIs ਨੇ ਫੋਰਨ ਦੇ ਵਿੱਚੋਂ ਵੈਸਟਰਨ ਕੰਟਰੀਜ਼ ਦੇ ਵਿੱਚੋਂ ਪੈਸੇ ਭੇਜ ਕੇ ਉਹ ਜਗ੍ਹਾ ਨੂੰ ਆਪਣਾ ਬਣਾਇਆ। ਉੱਥੇ ਇਹਨਾਂ ਨੇ ਆਪਣੀ ਇੱਕ ਜਗ੍ਹਾ ਲੈ ਕੇ ਉਹਨੂੰ ਡਿਵੈਲਪ ਕਰਨਾ ਸ਼ੁਰੂ ਕੀਤਾ। ਅੱਜ ਨੋਬਲ ਜਿਹੜੇ ਅਵਾਰਡਸ ਨੇ ਸਾਰੇ ਇਹਨਾਂ ਨੋਮੀਨੇਸ਼ਨਸ ਵੀ ਇਹਨਾਂ ਦੀਆਂ ਬਹੁਤ ਨੇ, ਇਹ ਜਿੱਤਦੇ ਵੀ ਬਹੁਤ ਨੇ। ਬਟ ਤੁਸੀਂ ਜੇ ਸੋਚੋ ਸਿੱਖਾਂ ਨੇ ਅੱਜ ਤੱਕ ਸਿੱਖਾਂ ਨੂੰ ਕੋਈ ਨੋਮੀਨੇਸ਼ਨ ਵੀ ਨਹੀਂ ਮਿਲੀ ਕਿਸੇ ਨੋਬਲ ਅਵਾਰਡਸ ਦੇ ਵਿੱਚ, ਕੋਈ ਸਾਇੰਸ ਦੇ ਵਿੱਚ, ਕੋਈ ਟੈਕਨੋਲੋਜੀ ਦੇ ਵਿੱਚ, ਕਿਤੇ ਵੀ ਸਿੱਖ ਅੱਗੇ ਨਹੀਂ ਆ ਪਾਏ। ਐਂਡ ਉਹਦਾ ਰੀਜ਼ਨ ਇਹ ਹੈ ਕਿ ਬਿਕੋਜ਼ ਜੇ ਤੁਸੀਂ ਸੋਚੋ ਤਾਂ ਪੰਜਾਬੀਆਂ ਦਾ ਥੋੜ੍ਹਾ ਜਿਹਾ ਜਿਵੇਂ ਸੁਭਾਅ ਹੁੰਦਾ ਹੈ ਨਾ ਕਿ ਮਤਲਬ ਉਹ ਜ਼ਿਆਦਾ ਦਿਖਾਵੇ ਦੇ ਵਿੱਚ ਅਸੀਂ ਲੋਕ ਬਿਲੀਵ ਕਰਦੇ ਹਾਂ, ਅਤੇ ਇਹ ਨਹੀਂ ਸੋਚਦੇ ਕਿ ਜਿਹੜੀ ਐਜੂਕੇਸ਼ਨ ਜਾਂ ਸਕੂਲ ਦੇ ਉੱਤੇ ਪੈਸੇ ਲਾਈਏ। ਅੱਜ ਅਸੀਂ ਗੁਰਦੁਆਰੇ ਬਹੁਤ ਟੌਪ ਦੇ ਬਣਾ ਲਏ ਨੇ, ਸੰਗਮਰਮਰ ਵੀ ਲਾ ਲਏ ਨੇ, ਸੋਨੇ ਵੀ ਲਾ ਲਏ ਨੇ, ਐਂਡ ਉਹ ਟੌਪ ਆਫ ਬਿਲਡਿੰਗਸ ਦੇਖੋ, ਲੋਕਾਂ ਦੀਆਂ 5-5 ਘਰ ਨੇ ਇੱਥੇ, ਬਹੁਤ ਅਮੀਰ ਨੇ ਸਿੱਖਿਜ਼ਮ ਜਿਹੜੇ ਸਿੱਖ ਨੇ ਉਹ ਦੁਨੀਆ ਦੇ ਵਨ ਆਫ ਦ ਰਿਚੈਸਟ ਕਮਿਊਨਿਟੀਜ਼ ਦੇ ਵਿੱਚੋਂ ਆਉਂਦੇ ਆ। ਬਟ ਉਹ ਇਸ ਚੀਜ਼ ਨੂੰ ਰਿਅਲਾਈਜ਼ ਆਪਾਂ ਘੱਟ ਕਰਦੇ ਹਾਂ ਕਿ ਐਜੂਕੇਸ਼ਨ ਦੇ ਵਿੱਚ ਇਨਵੈਸਟ ਕਰਨਾ ਬਹੁਤ ਜ਼ਰੂਰੀ ਹੈ। ਜਿਊਜ਼ ਨੇ ਜੋ ਜਿੱਥੇ ਤੱਕ ਅੱਜ ਪਹੁੰਚੇ ਨੇ, ਉਹ ਆਪਣੀ ਜਿਹੜੀ ਉਹਨਾਂ ਦੀ ਜਿਵੇਂ ਆਪਾਂ ਪਹਿਲੇ ਗੱਲ ਕਰ ਰਹੇ ਸੀ ਮਾਂ ਬੋਲੀ ਹਿਬਰੂ ਦੇ ਨਾਲ ਉਹ ਜੁੜੇ ਹੋਏ ਨੇ। ਪੰਜਾਬੀ ਦੇ ਨਾਲ ਅਸੀਂ ਵੀ ਤਾਈਓ ਜੁੜਨਾ ਹੈ ਕਿਉਂਕਿ ਰੂਟ ਸਾਡੀਆਂ ਪੰਜਾਬ ਵਿੱਚੋਂ ਹੀ ਨੇ। ਅਸੀਂ ਉਹਨਾਂ ਨਾਲ ਜੁੜਾਂਗੇ ਅਤੇ ਆਪਣੇ ਪਿਛੋਕੜ ਨੂੰ ਪਛਾਣਾਂਗੇ। ਅਤੇ ਬਟ ਐਟ ਦ ਸੇਮ ਟਾਈਮ ਜੇ ਹੁਣ ਮੈਂ ਥੋੜ੍ਹੀ ਜਿਹੀ ਜੇ ਆਪਾਂ ਗੱਲ ਕਰੀਏ, ਸਿੱਖ ਹੋਣ ਦੇ ਨਾਤੇ ਅਸੀਂ ਥੋੜ੍ਹੇ ਜਿਹੇ ਅਲੱਗ ਦਿਖਦੇ ਹਾਂ। ਬੱਚੇ ਇੰਡੀਆ ਦੇ ਵਿੱਚ ਚਲੋ ਫਿਰ ਵੀ ਸਿੱਖ ਹੈਗੇ ਨੇ, ਜੇ 20 ਮਿਲੀਅਨ ਜੇ ਟੋਟਲ ਆਸਟ੍ਰੇਲੀਆ ਦੀ ਪਾਪੂਲੇਸ਼ਨ ਹੈ, ਟੋਟਲ 2 ਕਰੋੜ ਦੀ ਪਾਪੂਲੇਸ਼ਨ ਇੰਡੀਆ ਦੇ ਵਿੱਚ ਸਿੱਖਾਂ ਦੀ ਹੈਗੀ ਹੈ। ਇੱਥੇ ਸਾਰੀ 1,60,000 ਹੋਏਗੀ ਆਲਮੋਸਟ। ਇੱਥੇ ਕਵਰਦੀਪ ਸਿੰਘ ਜੀ, ਇੱਕ ਮੈਂ ਹੋਰ ਤੁਹਾਡੇ ਕੋਲ ਸਵਾਲ ਪੁੱਛਦਾ ਕਿ ਜਿਹੜੇ ਆ ਆਸਟ੍ਰੇਲੀਆ ਵਿੱਚ ਯਹੂਦੀ ਅਤੇ ਸਿੱਖਾਂ ਦੀ ਆਬਾਦੀ ਲਗਭਗ ਜਿਹੜੀ ਆ ਇੱਕੋ ਜਿੰਨੀ ਆ, ਔਰ ਵੇਖੋ ਕਿੰਨੀ ਇੱਕ ਪਿਆਰੇ ਦਰਸ਼ਕੋ ਤੁਸੀਂ ਹੈਰਾਨ ਹੋਗੇ ਕਿ ਆਸਟ੍ਰੇਲੀਆ ਦੇ ਵਿੱਚ ਯਹੂਦੀਆਂ ਦੀ ਅਤੇ ਸਿੱਖਾਂ ਦੀ ਆਬਾਦੀ ਲਗਭਗ ਇੱਕੋ ਜਿੰਨੀ ਆ। ਜਿਸ ਤਰ੍ਹਾਂ ਕਵਰਦੀਪ ਸਿੰਘ ਜੀ ਉਹਨਾਂ ਨੇ ਦੱਸਿਆ ਕਿ ਸਿੱਖ ਬੜੇ ਰਿਚ ਆ, ਅਮੀਰ ਆ, ਪਰ ਇੱਕੋ ਜਿੰਨੀ ਆਬਾਦੀ ਯਹੂਦੀਆਂ ਦੀ ਅਤੇ ਪੰਜਾਬੀਆਂ ਦੀ ਆ। ਪਰ ਇੱਥੇ ਜਿਹੜੇ ਆ ਯਹੂਦੀਆਂ ਦੇ 19 ਸਕੂਲ ਆ। ਪਿਆਰੇ ਦਰਸ਼ਕੋ, ਇੱਕ ਬੜੀ ਹੈਰਾਨੀਜਨਕ ਗੱਲ ਆ। ਔਰ ਇਹ ਤੋਂ ਇਲਾਵਾ ਮੁਸਲਮਾਨਾਂ ਦੇ ਜਿਹੜੇ ਆ ਉਹ 39 ਸਕੂਲ ਆ, ਕੈਥੋਲਿਕਸ ਦੇ ਜਿਹੜੇ ਆ 1700 ਸਕੂਲ ਆ। ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਵਾ ਪਿਆਰੇ ਦਰਸ਼ਕੋ ਕਿ ਆਸਟ੍ਰੇਲੀਆ ਭਰ ਦੇ ਵਿੱਚ ਸਿੱਖਾਂ ਦਾ ਕੋਈ ਇੱਕ ਵੀ ਸਕੂਲ ਨਹੀਂ ਹੈਗਾ। ਪੂਰੇ ਸਦਰਨ ਹੈਮਿਸਫੀਅਰ ਵਿੱਚ ਵੀ ਕੋਈ ਸਕੂਲ ਨਹੀਂ ਹੈ। ਇਹਨਾਂ ਨੇ ਠੀਕ ਕਿਹਾ ਕਿ ਆਸਟ੍ਰੇਲੀਆ, ਨਿਊਜ਼ੀਲੈਂਡ ਵੀ ਪੂਰਾ ਸਦਰਨ ਹੈਮਿਸਫੀਅਰ ਵਿੱਚ ਇੱਕ ਸਿੱਖ ਸਕੂਲ ਨਹੀਂ ਹੈ। ਐਂਡ ਉਹ ਬਹੁਤ ਅਨਫੋਰਚੂਨੇਟ ਹੈ ਕਿਉਂਕਿ ਤੁਸੀਂ ਦੇਖੋ ਇੰਗਲੈਂਡ ਦੇ ਵਿੱਚ ਵੀ ਤਕਰੀਬਨ ਡਜ਼ਨ ਸਕੂਲ ਨੇ, US ਦੇ ਵਿੱਚ ਵੀ ਹੈਗੇ ਨੇ, ਅਤੇ ਕੈਨੇਡਾ ਦੇ ਵਿੱਚ ਵੀ ਹੈਗੇ ਨੇ। ਮੰਨਿਆ ਉਹਨਾਂ ਦੀ ਪਾਪੂਲੇਸ਼ਨ, ਬਟ ਇੰਨੀ ਜ਼ਿਆਦਾ ਪਾਪੂਲੇਸ਼ਨ ਨਹੀਂ ਹੈਗੀ ਕਿ ਉਹਨਾਂ ਦੇ ਜਿੰਨੇ ਉਹਨਾਂ ਦੇ ਸਕੂਲ ਨੇ ਉੱਥੇ। ਸੋ ਇਹ ਸਕੂਲ ਦੀ ਕਾਜ਼ ਵਾਈ ਇਟਸ ਰਿਕੁਆਇਰਡ ਇਜ਼ ਵੈਰੀ ਓਬਵੀਅਸ ਹੈ ਕਿ ਇੰਨੀ ਪਾਪੂਲੇਸ਼ਨ ਹੈ ਸਿੱਖਾਂ ਦੀ ਉੱਥੇ। ਜੋ ਤੁਸੀਂ ਸੋਚੋ ਹੁਣ ਆਪਾਂ ਸਿੱਖਾਂ ਦੀ ਜੇ ਬੱਚਿਆਂ ਦੀ ਗੱਲ ਕਰੀਏ, ਸਕੂਲ ਇੱਕ ਬੱਚਾ ਜਾ ਰਿਹਾ, ਉਹਨੇ ਸਿਰ 'ਤੇ ਪਟਕਾ ਬੰਨਿਆ ਹੋਇਆ, ਜੂੜਾ ਹੈਗਾ ਉਹਦੇ ਕੋਲੋਂ, ਅਤੇ ਜਾਂ ਇੱਕ ਲੜਕੀ ਜਾ ਰਹੀ ਹੈ ਜਿਹਦੀ ਗੁੱਤ ਹੈਗੀ ਹੈ, ਜਿਹਨੇ ਆਪਣੀ ਪੂਰੀ ਬਾਡੀ ਨੂੰ ਕਵਰ ਕੀਤਾ ਹੋਇਆ, ਉਹ ਆਪਣੇ ਆਪ ਹੀ ਅਲੱਗ ਦਿਖਦੀ ਹੈ। ਅਤੇ ਜਦੋਂ ਕੋਈ ਬੱਚਾ ਇੱਥੇ ਅਲੱਗ ਦਿਖਣਾ ਸ਼ੁਰੂ ਹੋ ਜਾਂਦਾ ਹੈ, ਹਜ਼ਾਰਾਂ ਦੇ ਵਿੱਚੋਂ ਇਕੱਲਾ ਪਛਾਣਿਆ ਜਾਂਦਾ, ਉਹ ਵਿਕਟੀਮਾਈਜ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਬੱਚੇ ਉਹਨੂੰ ਬਾਹਰ ਆਸ-ਪਾਸ ਦੇ ਬੱਚੇ ਉਹਨੂੰ ਬੁਲੀ ਕਰਨਾ ਸ਼ੁਰੂ ਕਰ ਦਿੰਦੇ ਨੇ, ਡਿਸਕ੍ਰਿਮੀਨੇਸ਼ਨ ਸ਼ੁਰੂ ਹੋ ਜਾਂਦੀ ਹੈ।
ਉਹ ਬੱਚਾ ਜਦੋਂ ਘਰ ਆਉਂਦਾ ਉਹ ਰੋਂਦਾ ਆਉਂਦਾ ਹੈ, ਉਹ ਆਪਣੇ ਮਾਪਿਆਂ ਨੂੰ ਦੱਸਦਾ ਹੈ ਵੀ ਮੈਂ ਇਸ ਤਰ੍ਹਾਂ ਇੱਥੇ ਕੋਪ ਅਪ ਨਹੀਂ ਕਰ ਪਾ ਰਿਹਾ। ਉਹ ਆਪਣੀ ਪੜ੍ਹਾਈ ਦੇ ਵਿੱਚ ਅੱਗੇ ਕਿਵੇਂ ਜਾਏਗਾ, ਸਪੋਰਟਸ ਦੇ ਵਿੱਚ ਅੱਗੇ ਕਿਵੇਂ ਜਾਏਗਾ, ਜੇ ਉਹਦੇ ਮਨ ਦੇ ਉੱਤੇ ਬੋਝ ਹੋਏਗਾ ਕਿ I'm different, I want to be, why am I being treated different, what can I do about this। ਉਹ ਜਿਹੜੀ ਚੀਜ਼ ਹੈ, ਮੈਨੂੰ ਪਤਾ ਹੈ ਕਿ ਜਦੋਂ ਸਾਡੇ ਬੱਚੇ ਦੇਖਦੇ ਆ, ਸੁਣਦੇ ਆ, ਸਟੋਰੀ ਸੁਣਦੇ ਆ, that breaks your heart, that really shatters me ਕਿ ਅਸੀਂ ਇੱਕ ਸਿੱਖ ਜਿਹੜੇ ਕਿ ਅੱਜ ਦੁਨੀਆ ਨੂੰ ਅਸੀਂ ਦੱਸ ਰਹੇ ਹਾਂ ਕਿ ਅਸੀਂ ਕੀ ਹਾਂ। ਅਸੀਂ ਪੰਜਾਬ ਵਿੱਚ ਸਿੱਖਾਂ ਨੂੰ ਅੰਨਦਾਤਾ ਮੰਨਿਆ ਜਾਂਦਾ। ਸਿੱਖਾਂ ਦੀ ਜਿਹੜੀ ਲੰਗਰ ਦੀ ਗੱਲ ਹੈ, ਅਸੀਂ ਤੇ ਲੋਕਾਂ ਨੂੰ ਚੜ੍ਹਦੀ ਕਲਾ, ਹਰ ਇੱਕ ਦੀ ਸਰਬੱਤ ਦੇ ਭਲੇ ਨੂੰ ਮੰਨਦੇ ਹਾਂ। ਸਿੱਖਾਂ ਦੀ ਪਹਿਚਾਣ ਹੈ ਬੱਚੇ ਬਣਾਉਣਗੇ, ਪਰ ਜੇ ਬੱਚਿਆਂ ਨੂੰ ਉਹ ਟਰੀਟਮੈਂਟ ਨਹੀਂ ਮਿਲੇਗਾ ਅਤੇ ਉਹਨਾਂ ਨੂੰ ਉਹ ਥਿਓਰੈਟੀਕਲ ਗੱਲਾਂ ਦੀ ਕੋਈ ਵੈਲਿਊ ਨਹੀਂ ਹੈਗੀ। ਇਸ ਕਰਕੇ ਇੱਕ ਸਕੂਲ ਚਾਹੀਦਾ ਜਿੱਥੇ ਕੋਈ ਡਿਸਕ੍ਰਿਮੀਨੇਸ਼ਨ ਨਾ ਹੋਏ, ਕੋਈ ਬੁਲਿੰਗ ਨਾ ਹੋਏ। ਦੇयर ਵਿਲ ਬੀ equal opportunity policy in this school will have no discrimination। ਤੇ ਜੇ ਅਸੀਂ ਬੁਲਿੰਗ ਦੀ ਗੱਲ ਕਰੀਏ, ਅਸੀਂ ਉਹਨੂੰ ਚਾਹੁੰਦੇ ਹਾਂ ਉਹ ਬੁਲਿੰਗ ਖਤਮ ਹੋ ਜਾਵੇ ਇਹ ਸਕੂਲਾਂ ਦੇ ਵਿੱਚੋਂ, ਅਤੇ ਇੱਕ ਸਿੱਖ ਸਕੂਲ ਦੇ ਵਿੱਚੋਂ ਇਨਵਾਇਰਮੈਂਟ ਐਵੇਂ ਦਾ ਮਿਲੇ ਜਿੱਥੇ ਬੱਚਾ ਆਪਣੀ ਪੜ੍ਹਾਈ ਦੇ ਉੱਤੇ ਫੋਕਸ ਕਰ ਸਕੇ, ਆਪਣੀ ਵੈਲਿਊਜ਼ ਨੂੰ ਪਹਿਚਾਣੇ ਅਤੇ ਇਸ ਦੁਨੀਆ ਦੇ ਉੱਤੇ ਛਾਏ। ਅਤੇ ਇੱਕ ਮੈਂ ਹੋਰ ਗੱਲ ਕਹਿਣੀ ਸੀਗੀ, ਅੱਜ ਅਸੀਂ ਸਕੂਲਾਂ ਦੇ ਵਿੱਚ ਇੱਥੇ ਦੇਖਦੇ ਹਾਂ ਪਬਲਿਕ ਸਕੂਲਸ ਹੈਗੇ ਨੇ, ਬਟ ਜਦੋਂ ਬੱਚਿਆਂ ਨੂੰ ਅਸੀਂ ਐਕਸਟਰਾ ਕਲਾਸਿਸ ਦਿੰਦੇ ਹਾਂ, ਤੁਸੀਂ ਯੂ ਕੈਨ ਕਲੀਅਰਲੀ ਸੀ ਕਿ ਜਿਹੜੇ ਪੇਰੈਂਟਸ ਚਾਹੁੰਦੇ ਨੇ ਕਿ ਬੱਚੇ ਉਹਨਾਂ ਦੇ ਐਕਸੈਲ ਕਰਨ ਪੜ੍ਹਾਈ ਦੇ ਵਿੱਚ, ਉਹ ਉਹਨਾਂ ਨੂੰ ਐਕਸਟਰਾ ਕਲਾਸਿਸ ਲੈ ਕੇ ਜਾਂਦੇ ਨੇ। ਉਹ HSC ਦੀ ਤਿਆਰੀ ਕਰਾ ਰਹੇ ਨੇ, ਸਿਲੈਕਟਿਵ ਸਕੂਲ ਦੀ ਤਿਆਰੀ ਕਰਾ ਰਹੇ ਨੇ, ਹਰ ਉਹਨਾਂ ਦੇ ਉੱਤੇ ਇੰਨੀ ਇਨਵੈਸਟਮੈਂਟ ਕਰ ਰਹੇ ਨੇ। ਬਟ ਵਾਟ ਵੀ ਆਰ ਟਰਾਈਂਗ ਟੂ ਡੇ, ਜਦੋਂ ਮੈਂ ਐਕੈਡਮਿਕ ਐਕਸਲੈਂਸ ਦੀ ਗੱਲ ਕੀਤੀ, ਉਹ ਜਦੋਂ ਤੱਕ ਸਾਡਾ ਇਸ ਟਾਈਮ ਜੋ ਸੁਪਨਾ ਇਹ ਹੈ ਕਿ ਬੱਚੇ ਨੂੰ ਕਿਸੇ ਤਰੀਕੇ ਦੀ ਕੋਈ ਐਕਸਟਰਾ ਕਲਾਸਿਸ ਦੀ ਲੋੜ ਨਾ ਪਵੇ, ਉਹ ਬੱਚਾ ਇੱਥੇ ਆਏ, ਉਹਨੂੰ ਟੋਟਲ A to Z ਸਾਰੀ ਪੜ੍ਹਾਈ ਐਕਸਟਰਾ ਜੇ ਜ਼ਰੂਰਤ ਹੈ ਉਹ ਸਕੂਲ ਦੇ ਵਿੱਚੋਂ ਹੀ ਮਿਲੇ। ਇੱਕ ਤਾਂ ਬੱਚਿਆਂ ਨੂੰ ਫਾਈਨੈਂਸ਼ਲੀ ਪੇਰੈਂਟਸ ਨੂੰ ਬੈਨੀਫਿਟ ਮਿਲ ਗਿਆ ਕਿਉਂਕਿ ਉਹਨਾਂ ਦੇ ਕੋਈ ਐਕਸਟਰਾ ਪੈਸੇ ਨਹੀਂ ਲੱਗੇ। ਸੈਕਿੰਡਲੀ ਉਹ ਇੱਕ ਇਨਵਾਇਰਮੈਂਟ ਦੇ ਵਿੱਚ ਜਿੱਥੇ ਉਹ ਪੂਰੀ ਤਰ੍ਹਾਂ ਪ੍ਰਫੁੱਲਿਤ ਹੋ ਸਕਦੇ ਨੇ, ਅਤੇ ਤੀਜਾ ਉਹ ਸਿੱਖ ਵੈਲਿਊਜ਼ ਦੇ ਨਾਲ ਜੁੜੇ ਹੋਏ ਨੇ। ਥੈਂਕ ਯੂ। ਅਮਨਦੀਪ ਕੌਰ ਜੀ, ਜਿਹੜੇ ਨਿਸ਼ਾਨੇ, ਜਿਹੜੇ ਆਪਣੇ ਨਿਸ਼ਾਨੇ ਕੀ ਹੋਣਗੇ ਜਿਹੜੇ ਇੱਥੇ ਆਪਣੇ ਸਕੂਲ ਦੇ ਜਿਹੜਾ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ, ਇਹਦੇ ਨਿਸ਼ਾਨੇ ਕੀ ਹੋਣਗੇ? ਅਸੀਂ ਚਾਹੁੰਦੇ ਹਾਂ ਕਿ ਇੱਥੇ ਉੱਚ ਕੋਟੀ ਦੀ ਵਿੱਦਿਆ ਮਿਲੇ, ਸਭ ਤੋਂ ਐਕਸਲੈਂਟ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਵੇ ਬੱਚਿਆਂ ਨੂੰ। ਫਿਰ ਰੂਹਾਨੀਅਤ ਦੇ ਨਾਲ, ਨਿਸ਼ਕਾਮ ਸੇਵਾ ਦੇ ਨਾਲ ਵੱਡਿਆਂ ਦਾ ਆਦਰ ਸਤਿਕਾਰ ਕਰਨਾ, ਔਰ ਬਹੁਤ ਚੀਜ਼ਾਂ ਨੇ ਜੋ ਕਿ ਸਾਡੇ ਬੱਚੇ ਅੱਜ ਕੱਲ੍ਹ, ਅਸੀਂ ਕਹਿ ਲਓ ਕਿ ਅਸੀਂ ਬੱਚਿਆਂ ਨੂੰ ਦੇ ਨਹੀਂ ਪਾ ਰਹੇ ਹਾਂ, ਜਾਂ ਫਿਰ ਉਸ ਚੀਜ਼ ਨੂੰ ਸਮਝ ਨਹੀਂ ਪਾ ਰਹੇ ਨੇ, ਅਸੀਂ ਉਹ ਚੀਜ਼ਾਂ ਦੇਣਾ ਚਾਹੁੰਦੇ ਹਾਂ। ਉਸ ਤੋਂ ਬਾਅਦ ਬੱਚਿਆਂ ਨੂੰ ਮਨ ਭਾਉਂਦੀਆਂ ਉਹਨਾਂ ਦੀ ਖੇਡਾਂ, ਤਾਂ ਕਿ ਫਿਜ਼ੀਕਲ ਐਕਟੀਵਿਟੀਜ਼ ਕਰ ਸਕਣ, ਆਪਣੇ ਪਸੰਦ ਦੀਆਂ ਗੇਮਸ ਦੇ ਵਿੱਚ ਪਾਰਟੀਸਪੇਟ ਕਰ ਸਕਣ ਅਤੇ ਉਹਦੇ ਵਿੱਚ ਅੱਗੇ ਵੱਧ ਸਕਣ। ਉਹ ਹਰ ਚੀਜ਼ ਅਸੀਂ ਸਕੂਲ ਉਹਨਾਂ ਨੂੰ ਦੇਣਾ ਚਾਹੁੰਦਾ ਆ, ਜੋ ਕਿ ਬੱਚੇ ਦੀ ਗਰੋਥ ਦੇ ਵਾਸਤੇ ਬਹੁਤ ਇੰਪੋਰਟੈਂਟ ਹੈ। ਬੜਾ ਵਧੀਆ ਇਹਨਾਂ ਨੇ ਦੱਸਿਆ ਕਿ ਪਿਆਰੇ ਦਰਸ਼ਕੋ, ਕਿ ਇਹ ਜਿਹੜਾ ਵਾ, ਇਹ ਜੇ ਆਪਾਂ ਸੋਚੀਏ ਨਾ ਕਿ ਬੱਚਿਆਂ ਨੂੰ ਉੱਚ ਕੋਟੀ ਪੜ੍ਹਾਈ ਦੇ ਵਾਸਤੇ ਕੋਈ ਬਾਹਰੋਂ ਜਿਹੜਾ ਵਾ ਕੋਈ ਮਾਇਆ ਲਾਊਗਾ, ਦੂਸਰਾ ਧਰਮ ਆ, ਉਹਨਾਂ ਦੇ ਭਵਿੱਖ ਵਾਸਤੇ ਸਾਨੂੰ ਆਪ ਹੀ ਜਿਹੜੀ ਆ ਜ਼ਿੰਮੇਵਾਰੀ ਜਿਹੜੀ ਆ ਚੁੱਕਣੀ ਪਊਗੀ। ਸਿੱਖੀ ਸਰੂਪ ਵਾਲੇ ਡਾਕਟਰ, ਇੰਜੀਨੀਅਰ, ਰਾਜਨੀਤੀਵਾਨ, ਕੰਪਿਊਟਰ ਮਾਰ ਖਿਡਾਰੀ ਅਤੇ ਅਰਥ ਸ਼ਾਸਤਰੀ ਜਿਹੜੇ ਆ ਉਹ ਪੈਦਾ ਕਰਨ ਲਈ ਸਿੱਖ ਸਕੂਲ ਜਿਹੜਾ ਬਣਾਉਣ ਵਾਲਾ ਜਿਹੜਾ ਵਾ ਉਹ ਵਿਸ਼ੇਸ਼ ਧਿਆਨ ਦੇਣਾ ਪਊਗਾ, ਤਾਂ ਕਿ ਗੁਰੂਆਂ ਦੇ ਗਿਆਨ ਦਾ ਸੰਦੇਸ਼ ਸਿੱਖੀ ਸਰੂਪ ਬੜਾ ਜ਼ਰੂਰੀ ਆ, ਜਿਹੜਾ ਇਹ ਸਿੱਖੀ ਸਰੂਪ 'ਚ ਰਹਿ ਕੇ ਦੁਨੀਆ ਤੱਕ ਪਹੁੰਚਾਉਣ ਵਿੱਚ ਇਹ ਵਿੱਦਿਅਕ ਅਦਾਰੇ ਜਿਹੜੇ ਆ ਉਹ ਸਹਾਇਕ ਹੋ ਸਕਣ। ਅਤੇ ਭਾਈ ਕੰਵਰਜੀਤ ਸਿੰਘ ਜੀ, ਹੋਰ ਕੋਈ ਗੱਲ ਤੁਸੀਂ ਲਾਸਟ ਵਿੱਚ ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਅਖੀਰ 'ਤੇ ਇਹੀ ਕਹਿਣਾ ਚਾਹਾਂਗਾ ਕਿ ਇਹ ਸਿੱਖ ਜਿਹੜਾ ਸਕੂਲ ਬਣਨਾ ਹੈ, ਸਿੱਖ ਗ੍ਰਾਮਰ ਸਕੂਲ ਬਣਨਾ ਹੈ, ਇਹ 21st ਸੈਂਚੁਰੀ ਦਾ ਸਕੂਲ ਬਣਨਾ ਹੈ। ਇਹਦੇ ਵਿੱਚ ਅਸੀਂ ਬੈਸਟ ਸਟੇਟ ਆਫ ਆਰਟ ਟੈਕਨੋਲੋਜੀ ਯੂਜ਼ ਕਰਨੀ ਹੈ। ਕਲਾਸਿਸ ਜਿਹੜੀਆਂ ਹੋਣਗੀਆਂ ਉਹ ਮਤਲਬ ਇੱਕ ਵੇ ਅੱਜ ਕੱਲ੍ਹ ਜਿਹੜਾ ਆਮ ਤੌਰ 'ਤੇ ਚੱਲ ਚੁੱਕਾ ਹੈ, ਉਹ ਇਹ ਹੈ ਕਿ ਫਲੈਕਸੀਬਲ ਕਲਾਸਿਸ ਹੁੰਦੀਆਂ ਨੇ। ਬੋਰਡ ਜਿਹੜੇ ਵਾਈਟ ਬੋਰਡਸ ਨੇ ਉਹ ਯੂਜ਼ ਨਹੀਂ ਹੁੰਦੇ ਹੁਣ, ਇਟਸ ਆਲ ਇਲੈਕਟ੍ਰੋਨਿਕ ਜਿਹੜੇ ਬੋਰਡਸ ਨੇ। ਗੈਜਟਸ ਬੱਚਿਆਂ ਨੂੰ ਦਿੱਤੇ ਜਾਣਗੇ, ਹਾਈ ਸਪੀਡ ਵਾਈਫਾਈ, ਇੰਟਰਨੈਟ ਹਰ ਜਗ੍ਹਾ ਹੋਏਗਾ ਸਕੂਲ ਦੇ ਵਿੱਚ, ਜਿੱਥੋਂ ਮਰਜ਼ੀ ਤੁਸੀਂ ਐਕਸੈਸ ਕਰ ਸਕਦੇ ਹੋ। ਪ੍ਰੋਜੈਕਟ ਬੇਸਡ ਲਰਨਿੰਗ ਹੋਏਗੀ। ਦੇਖੋ ਅੱਜ ਦੀ ਤਾਰੀਖ ਦੇ ਵਿੱਚ ਜਿਹੜੀਆਂ ਜੇ ਆਪਾਂ ਇੱਕ ਛੋਟੀ ਜਿਹੀ ਗੱਲ ਕਰੀਏ ਕਿ ਜੋਬਸ ਜਿਹੜੀਆਂ, ਜੇ ਅਸੀਂ ਐਗਜ਼ਾਮਪਲ ਲਈਏ ਕਿ ਅੱਜ ਬੱਚਾ ਜਿਹੜਾ ਸਕੂਲ ਦੇ ਵਿੱਚ ਆ ਰਿਹਾ, ਜਾਂ 2020 ਦੇ ਵਿੱਚ ਜਾਂ 2019 ਦੇ ਵਿੱਚ ਜਿਹੜਾ ਬੱਚਾ ਸਕੂਲ ਜਾਏਗਾ, ਉਹ ਨੈਕਸਟ 20 ਈਅਰਸ ਬਾਅਦ ਦੀਆਂ ਜਿਹੜੀਆਂ ਜੋਬਸ ਆਉਣੀਆਂ ਉਹ ਅਜੇ ਇਨਵੈਂਟ ਵੀ ਨਹੀਂ ਹੋਈਆਂ। ਅਸੀਂ ਨਹੀਂ ਦੇਖ ਪਾ ਰਹੇ ਕਿ ਅੱਜ ਤੋਂ 20 ਈਅਰਸ ਬਾਅਦ ਕੀ ਹੋਣਾ ਹੈ।
ਬਟ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਇੱਥੇ ਸਕੂਲ ਦੇ ਵਿੱਚ ਹੋਏਗਾ, ਜਾਂ ਜਿਵੇਂ ਮੈਂ ਕਹਿ ਰਿਹਾ ਕਿ ਉਹ 21st ਸੈਂਚੁਰੀ ਦਾ ਸਕੂਲ ਹੋਏਗਾ, ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਆਲਰੇਡੀ ਫੈਕਟਰ ਇਨ ਕਰਕੇ ਸਕੂਲ ਦੇ ਪ੍ਰੋਜੈਕਟ ਦੇ ਵਿੱਚ ਅਸੀਂ ਉਹਨਾਂ ਨੂੰ ਐਡ ਕਰ ਚੁੱਕੇ ਹਾਂ। ਉਹਦੇ ਵਿੱਚ ਅਸੀਂ ਕਾਫੀ ਜਿਹੜੇ ਐਕਸਪਰਟਸ ਨੇ ਐਜੂਕੇਸ਼ਨ ਦੇ, ਜਿਨ੍ਹਾਂ ਨੂੰ 30-40 ਸਾਲ ਦਾ ਐਕਸਪੀਰੀਅੰਸ ਹੈ, ਉਹਨਾਂ ਤੋਂ ਹੈਲਪ ਲੈ ਰਹੇ ਹਾਂ ਕਿ ਉਹ ਕੀ ਦੇਖ ਰਹੇ ਨੇ, ਕਿ ਅੱਜ ਡਰਾਇੰਗ ਬੋਰਡ ਦੇ ਉੱਤੇ ਕੀ ਆ ਰਿਹਾ ਹੈ, ਕਿ ਅੱਜ ਤੋਂ ਫਿਊਚਰ ਦੇ ਵਿੱਚ ਹੋਣਾ ਕੀ ਹੈ, ਉਹ ਆਲਰੇਡੀ ਅਸੀਂ ਇਸ ਸਕੂਲ ਦੇ ਵਿੱਚ ਲਾਗੂ ਕਰਾਂਗੇ। ਕਿਉਂਕਿ ਜਿਵੇਂ ਦੱਸਿਆ, ਅੱਜ ਤੋਂ ਜਿਹੜੀਆਂ 20 ਸਾਲ ਪਹਿਲੇ ਜੋ ਸੀਗਾ ਜੌਬਸ, ਉਹ ਅੱਜ ਨਹੀਂ ਹੈਗੀਆਂ, ਅਤੇ ਅੱਜ ਤੋਂ 20 ਸਾਲ ਬਾਅਦ ਕੀ ਹੋਣਾ ਉਹ ਸਾਨੂੰ ਨਹੀਂ ਪਤਾ। ਸੋ ਉਹ ਬੱਚਿਆਂ ਨੂੰ ਕੀ ਅਸੀਂ ਕਿਸ ਤਰ੍ਹਾਂ ਤਿਆਰ ਕਰਨਾ, ਉਹਨੂੰ ਆਲਰੇਡੀ ਫੈਕਟਰ ਇਨ ਕਰਕੇ ਅਸੀਂ ਕਰ ਰਹੇ ਹਾਂ, ਤਾਂ ਕਿ ਟੀਮ ਵਰਕ ਉਹਨਾਂ ਦੇ ਵਿੱਚ ਹੋਵੇ। ਜਿਵੇਂ ਭੈਣ ਜੀ ਨੇ ਦੱਸਿਆ ਕਿ ਐਕੈਡੈਮਿਕ ਐਕਸੀਲੈਂਸ ਸਿਰਫ ਕਰਿਕੂਲਮ ਦੀ ਪੜ੍ਹਾਈ ਨਹੀਂ ਹੈਗੀ, ਇਟਸ ਆਲ ਅਬਾਊਟ ਯੋਰ ਓਵਰਆਲ ਗਰੂਮਿੰਗ। ਤੁਸੀਂ ਐਜ਼ ਅ ਹਿਊਮਨ ਬੀਇੰਗ ਕਿਵੇਂ ਦੇ ਹੋ, ਤੁਸੀਂ ਤੁਹਾਡੀਆਂ ਇੰਟਰਪਰਸਨਲ ਸਕਿੱਲਸ ਕਿਸ ਤਰ੍ਹਾਂ ਦੀਆਂ ਨੇ। ਟੈਕਨੀਕਲੀ ਤਾਂ ਤੁਸੀਂ ਸਟਰੋਂਗ ਹੋਏਵਰ ਗਈ, ਜੇ ਤੁਸੀਂ ਡਾਕਟਰ ਹੋ ਯੂ ਨੋ ਯੋਰ ਮੈਡੀਸਨ, ਇਫ ਯੂ ਆਰ ਅ ਕੰਪਿਊਟਰ ਇੰਜੀਨੀਅਰ ਯੂ ਨੋ ਯੋਰ ਸੌਫਟਵੇਅਰਸ ਵੈਲ, ਤੁਸੀਂ ਅਕਾਊਂਟੈਂਟ ਹੋ, ਤੁਹਾਨੂੰ ਸਟੈਂਡਰਡਸ ਪਤਾ ਨੇ ਸਾਰੇ। But at the same time, there are other things which make you a complete human being. ਅੱਜ ਦੇ ਲੀਡਰਸ ਉਹ ਨੇ ਜਿਹੜੇ ਕਿ ਇੰਟਰਪਰਸਨਲ ਸਕਿੱਲਸ ਅਤੇ ਸੌਫਟ ਸਕਿੱਲਸ ਦੇ ਉੱਤੇ ਵੀ ਕਾਫੀ ਅੱਛੇ ਨੇ, ਨਾਟ ਜਸਟ ਔਨ ਦ ਟੈਕਨੀਕਲ ਸਕਿੱਲਸ। ਸੋ ਇਸ ਸਕੂਲ ਦੇ ਵਿੱਚ ਅਸੀਂ ਉਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀਆਂ IT ਰਿਲੇਟਡ ਇੱਕ ਸਕਿੱਲਸ ਨੇ, ਫॉर ਐਗਜ਼ਾਮਪਲ ਆਮ ਜਸਟ ਗਿਵਿੰਗ ਐਨ ਐਗਜ਼ਾਮਪਲ, ਪਾਵਰਪੁਆਇੰਟ ਪ੍ਰੈਜੈਂਟੇਸ਼ਨਸ, ਵਰਡ ਦੇ ਉੱਤੇ, ਐਕਸਲ ਦੇ ਉੱਤੇ, ਸਾਰਾ ਕੁਝ ਅੱਜ ਦੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸਿਖਾਇਆ ਜਾਏਗਾ, ਤਾਂ ਕਿ ਉਹ ਅੱਗੇ ਜਾ ਕੇ ਹੋਰ ਅੱਗੇ ਜਾ ਸਕਣ। ਅਤੇ ਮੇਨਲੀ ਸਾਡਾ ਕੀ ਕੰਸਰਨ ਹੈ ਕਿ ਸਿੱਖ ਵਰਲਡ ਅਰੀਨਾ ਦੇ ਉੱਤੇ ਜਾ ਕੇ ਆਪਣੀ ਕੌਮ ਨੂੰ ਕੀ ਕਹਿੰਦੇ ਆ, ਉਹਨੂੰ ਪ੍ਰਾਊਡ ਫੀਲ ਕਰਾ ਸਕਣ, ਕਿਉਂਕਿ ਸਾਡੀ ਕੌਮ ਦੀ ਟੌਰ ਹੈ ਅਤੇ ਸਾਡੀ ਟੌਰ ਹੈ, ਅਸੀਂ ਉਹ ਚੀਜ਼ ਨੂੰ ਅਚੀਵ ਕਰਨਾ ਚਾਹੁੰਦੇ ਹਾਂ। ਬਹੁਤ ਵਧੀਆ ਸੰਦੇਸ਼ ਦਿੱਤਾ ਹੈ ਕਵਰਦੀਪ ਸਿੰਘ ਜੀ ਹੁਣਾਂ ਨੇ, ਕਵਰਪਾਲ ਸਿੰਘ ਜੀ ਹੁਣਾਂ ਨੇ, ਅਤੇ ਬੇਟਾ ਅਮਨਦੀਪ ਜੀ ਹੁਣਾਂ ਨੇ। ਪਿਆਰੇ ਦਰਸ਼ਕੋ, ਜਿਸ ਤਰ੍ਹਾਂ ਕਿ ਇਹ ਇੱਕ ਬੜਾ ਵੱਡਾ ਪ੍ਰੋਜੈਕਟ ਹੈ, ਸਿੱਖ ਗ੍ਰਾਮਰ ਸਕੂਲ ਆਸਟ੍ਰੇਲੀਆ ਦੇ ਵਿੱਚ ਇੱਕ ਪਹਿਲਾ ਸਕੂਲ ਹੈ ਜਿਹੜਾ ਕਿ ਇੱਕ ਸਿੱਖੀ ਦੀ ਵੱਖਰੀ ਪਹਿਚਾਣ ਹੋਊਗਾ, ਸਿੱਖੀ ਦੀਆਂ ਪਰੰਪਰਾਵਾਂ ਦੱਸੂਗਾ, ਘੋੜਸਵਾਰੀ ਵੀ ਦੱਸੂਗਾ। ਜਿਸ ਤਰ੍ਹਾਂ ਕਿ ਸਿੱਖ ਚੈਨਲ ਨੇ ਗੁਰੂ ਪਿਆਰਿਓ ਨੇਪਾਲ ਦੇ ਵਿੱਚ ਗੁਰਦੁਆਰਾ ਬਣਾਇਆ, ਸਕੂਲ ਬਣਾ ਰਿਹਾ, ਅਰਜਨਟਾਈਨਾ ਦੇ ਵਿੱਚ ਸਕੂਲ ਬਣਾ ਰਿਹਾ, ਅਤੇ ਆਪਾਂ ਸਾਰੇ ਵਰਲਡ ਵਾਈਡ ਅਸੀਂ ਰਿਕੁਐਸਟ ਕਰਦੇ ਹਾਂ ਸਿੱਖ ਚੈਨਲ ਵੱਲੋਂ ਵੀ ਕਿ ਆਓ ਸਾਰੇ ਆਪਾਂ ਰਲ ਮਿਲ ਕੇ, ਕਿਉਂਕਿ ਕੰਮ ਸਿੱਖੀ ਦਾ ਵਾ, ਇਹ ਸਾਂਝਾ ਕੰਮ ਆ, ਇਹ ਕੌਮ ਦੀ ਆਨ ਦਾ ਕੰਮ ਹੈ, ਇਹ ਕੌਮ ਦੀ ਸ਼ਾਨ ਦਾ ਕੰਮ ਆ। ਗੁਰੂ ਪਿਆਰਿਓ, ਆਪਾਂ ਵੀ ਰਲ ਮਿਲ ਕੇ ਹੰਬਲਾ ਮਾਰੀਏ, ਜਿੱਥੇ ਸਿੱਖ ਚੈਨਲ ਇੰਨੇ ਉਪਰਾਲੇ ਕਰ ਰਿਹਾ ਵਾ, ਕੀਨੀਆ ਦੇ ਵਿੱਚ, ਐਵਰੀਵੇਅਰ, ਅਰਜਨਟਾਈਨਾ ਦੇ ਵਿੱਚ, ਨੇਪਾਲ ਦੇ ਵਿੱਚ, ਉੱਥੇ ਆਪਾਂ ਰਲ ਮਿਲ ਕੇ ਅਤੇ ਸਿੱਖ ਗ੍ਰਾਮਰ ਸਕੂਲ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਵੱਡਾ ਉਪਰਾਲਾ ਕਰੀਏ, ਤਾਂ ਕਿ ਇਹ ਸਕੂਲ ਜਿਹੜਾ ਇੱਕ ਵਰਲਡ ਦੇ ਵਿੱਚ ਇੱਕ ਵਧੀਆ ਸਕੂਲ ਬਣ ਸਕੇ, ਅਤੇ ਇੱਥੇ ਜਿਹੜੇ ਆ ਉਹ ਲੋਕੀ ਜਿਹੜੇ ਵੇਖਣ ਆਇਆ ਕਰਨ, ਇੱਕ ਐਗਜ਼ਾਮਪਲ ਬਣ ਸਕੇ। ਸੋ ਅਸੀਂ ਵੀ ਜਿੰਨਾ ਹੋ ਸਕਿਆ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਸਿੱਖ ਚੈਨਲ ਵੀ ਜ਼ਰੂਰ ਆਪਣਾ ਯੋਗਦਾਨ ਪਾਊਗਾ। ਤੁਸਾਂ ਸਾਰਿਆਂ ਨੇ ਸਿੱਖ ਚੈਨਲ ਦੇ ਨਾਲ ਜੁੜੇ ਰਹਿਣਾ। ਗੁਰੂ ਪਿਆਰਿਓ, ਇਹ ਇੱਥੇ ਹੀ ਜਿਹੜੀ ਆ ਸਮਾਪਤੀ ਕਰਦੇ ਹਾਂ। ਮੈਂ ਹਾਂ ਜਗਤਾਰ ਸਿੰਘ ਨਿੱਜਰ, ਕੈਮਰਾਮੈਨ ਸਾਡੇ ਸਤਿਕਾਰਯੋਗ ਰੂਮੀ ਸਾਹਿਬ ਉਹਨਾਂ ਦੇ ਨਾਲ, ਦੇਸ਼ ਆਸਟ੍ਰੇਲੀਆ, ਸ਼ਹਿਰ ਸਿਡਨੀ, ਸਿੱਖ ਗ੍ਰਾਮਰ ਸਕੂਲ ਆਸਟ੍ਰੇਲੀਆ, ਜੋ ਕਿ ਤੁਸੀਂ ਥੋੜ੍ਹੇ ਹੀ ਸਮੇਂ ਦੇ ਵਿੱਚ ਵੇਖੋਗੇ ਕਿ ਕਿੱਦਾਂ ਬੁਲੰਦੀਆਂ ਨੂੰ ਛੂੰਹਦਾ ਹੈ, ਅਤੇ ਫਿਰ ਇੱਥੇ ਇੰਟਰਵਿਊ ਕਰਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਸਾਨੂੰ ਦਿਓ ਤਦ ਤੱਕ ਇਜਾਜ਼ਤ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।